ਬਾਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਪਰਿਓ ਤਿਜ ਹੇਰ ਫੇਰ ਗੰਗਾ ਕਰ ਜੋਰ ਕਹੈ ਮਰਿਓ ਇਹ ਪਾਪੀ ਪ੍ਰਗਟ ਪਾਪ ਭਇਓ ਨਾਹੇ ਕੌਣ ਹੇਤ ਬਿਖ ਦੇ ਮਾਰਿਓ ਚਾਹ ਨੰਦ ਮੇਰੋ ਜਾਂ ਕੋ ਕੌਣ ਕਾਜ ਹੋਤ ਠਾਨੇ ਪਾਪ ਜਿਸੀ ਚਾਹੇ ਪਰਿਓ ਤਿਜ ਹੇਰ ਫੇਰ ਗੰਗਾ ਕਰ ਜੋਰ ਕਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਦੇ ਪਾਸੋਂ ਸਰਵਣ ਕਰ ਰਹੇ ਸੀਗੇ। ਲੜੀਵਾਰ ਕਥਾ ਹਜੂਰ ਮਹਾਰਾਜ ਗਰੀਬ ਨਵਾਜ ਪੰਚਮ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਸਿੱਖ ਸੰਗਤਾਂ ਨੂੰ ਧਾਰ ਰਹੇ ਹਨ, ਜਿੱਥੇ ਬਹੁਤ ਸਾਰੀਆਂ ਸੰਗਤਾਂ ਆ ਕੇ ਆਪਣਾ ਭਲਾ ਕਰਾ ਰਹੀਆਂ ਨੇ। ਬਾਬਾ ਪ੍ਰਿਥੀ ਚੰਦ ਜੀ ਈਰਖਾ ਦੇ ਵਸ ਖਿਡਾਵੇ ਨੂੰ ਜ਼ਹਿਰ ਦੇ ਕੇ ਭੇਜਦੇ ਆ ਵੀ ਹਰਗੋਬਿੰਦ ਜੀ ਨੂੰ ਮਾਰ ਦਿੱਤਾ ਜਾਏ। ਖਿਡਾਵਾ ਹਰਗੋਬਿੰਦ ਸਾਹਿਬ ਜੀ ਸਾਰੇ ਮਹਾਰਾਜ ਦੇ ਹਜ਼ੂਰ ਬੈਠੇ ਹੈ। ਹਰਗੋਬਿੰਦ ਸਾਹਿਬ ਜੀ ਉਹ ਦਹੀਂ ਨਹੀਂ ਛਕਦੇ ਜ਼ਹਿਰ ਵਾਲਾ, ਤੁਸੀਂ ਸੁਣਿਆ। ਅਖੀਰ ਮਹਾਰਾਜ ਆਪਣੀ ਗੋਦ 'ਚ ਬਿਠਾ ਕੇ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਛਕਾਉਂਦੇ ਹੈ ਜੀ, ਤਾਂ ਵੀ ਨਹੀਂ ਛਕਿਆ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਦਹੀਂ ਦੇ ਵਿੱਚ ਕੋਈ ਨਾ ਕੋਈ ਗੱਲ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਹੁਣ ਉਹ ਦੋਸ਼ ਜਿਹੜਾ ਪ੍ਰਗਟ ਹੋਵੇ ਉਹਦੇ ਵਾਸਤੇ ਗੁਰੂ ਸਾਹਿਬ ਦਾ ਇੱਕ ਕੂਕਰ ਹੈ, ਉਹਦਾ ਨਾਮ ਹੈ ਪਿਸਤਾ। ਕੁੱਤਾ ਰੱਖਿਆ ਮਹਾਰਾਜ ਨੇ ਇੱਕ, ਉਹਦਾ ਨਾਮ ਹੈ ਪਿਸਤਾ। ਕੁੱਤਾ ਰੱਖਿਆ ਨਹੀਂ ਸੀ ਉਹ ਆਪੇ ਹੀ ਮਹਾਰਾਜ ਦੇ ਨਾਲ ਪਿਆਰ ਕਰਨ ਲੱਗ ਪਿਆ ਜੀ।
ਉਹ ਜਦੋਂ ਮਹਾਰਾਜ ਉੱਠਿਆ ਕਰਨ ਨਾਲ ਜਾਇਆ ਕਰੇ, ਜਦੋਂ ਬੈਠਿਆ ਕਰਨ ਪਲੰਘੇ ਹੇਠਾਂ ਬਹਿ ਜਾ ਕਰੇ। ਮਹਾਰਾਜ ਨੇ ਪਿਸਤੇ ਨੂੰ ਆਵਾਜ਼ ਮਾਰੀ, ਪਿਸਤਾ ਉੱਠ ਕੇ ਬਾਹਰ ਆਇਆ। ਮਹਾਰਾਜ ਨੇ ਉਹਦੇ ਕੋਲੇ 'ਚ ਦਹੀਂ ਪਾ ਦਿੱਤਾ। ਸੰਗਤ ਜੀ ਉਹਨੇ ਇੱਕ ਵਾਰੀ ਤੇ ਨਾ ਕੀਤੀ ਜੀ। ਮਹਾਰਾਜ ਨੇ ਉਹਨੂੰ ਕਿਹਾ ਵੀ ਛਕ ਲਾ। ਜਦੋਂ ਉਹਨੂੰ ਇਹ ਗੱਲ ਕਹੀ ਨਾ ਜੀ, ਪਿਸਤੇ ਨੂੰ ਪਤਾ ਵੀ ਹੈ ਵੀ ਇਹ ਖਾਣ ਯੋਗ ਨਹੀਂ ਹੈਗਾ। ਕਿਉਂ? ਇਹ ਜਿਹੜੇ ਜਾਨਵਰ ਹੁੰਦੇ ਆ ਨਾ ਜੀ, ਇਹਨਾਂ ਨੂੰ ਬੰਦੇ ਨਾਲੋਂ ਵੱਧ ਸੋਝੀ ਹੁੰਦੀ ਹੈ ਵੀ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ ਜੀ। ਸ਼ਰਾਬ ਪਾ ਕੇ ਕੌਲੇ 'ਚ ਦੇ ਦਿਓ, ਕੁੱਤਾ ਨਹੀਂ ਪੀਏਗਾ ਜੀ। ਬੰਦਾ ਜਿਹੜਾ ਹੈ ਉਹ ਪੀ ਲੈਂਦਾ ਜੀ। ਇਹਦਾ ਮਤਲਬ ਬੰਦੇ ਨੂੰ ਇੰਨੀ ਅਕਲ ਨਹੀਂ ਹੈਗੀ, ਕੁੱਤੇ ਨੂੰ ਜ਼ਿਆਦਾ ਅਕਲ ਹੈਗੀ ਹੈ ਜੀ। ਇਹਨਾਂ ਨੂੰ ਪਤਾ ਹੈ, ਸੁੰਘ ਲੈਂਦੇ ਆ ਵੀ ਕਿਹੜੀ ਚੀਜ਼ ਖਾਣ ਵਾਲੀ ਹੈ ਕਿਹੜੀ ਨਹੀਂ ਖਾਣ ਵਾਲੀ ਜੀ। ਮਹਾਰਾਜ ਨੇ ਉਹਨੂੰ ਕਿਹਾ ਵੀ ਤੂੰ ਛਕ ਲਾ, ਸਾਡਾ ਬਚਨ ਮੰਨ। ਉਹਨੇ ਛਕ ਲਿਆ। ਪਿਸਤੇ ਨੂੰ ਸੋਲ ਉੱਠਿਆ ਜੀ। ਗੁਰੂ ਸਾਹਿਬ ਜੀ ਦੇ ਸਾਹਮਣੇ ਪਿਸਤਾ ਜਿਹੜਾ ਉਹ ਤੜਪ ਤੜਪ ਕੇ ਮਰਿਆ ਜੀ। ਸੰਗਤਾਂ ਹੈਰਾਨ ਹੋ ਗਈਆਂ ਵੀ ਜੇ ਇਹ ਦਹੀਂ ਪਿਸਤੇ ਨੇ ਖਾਧਾ, ਤੜਪ ਤੜਪ ਕੇ ਪਿਸਤਾ ਮਰਿਆ ਹੈ, ਹਰਗੋਬਿੰਦ ਜੀ ਛਕ ਲੈਂਦੇ ਤੇ ਕੀ ਬਣਨਾ ਸੀਗਾ ਜੀ। ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਆਏ ਜੀ। ਪਹਿਲਾਂ ਮਹਾਰਾਜ ਉੱਠੇ, ਆਪਣੇ ਚਰਨਾਂ ਦਾ ਅੰਗੂਠਾ ਪਿਸਤੇ ਨੂੰ ਛੁਹਾਇਆ ਤੇ ਪਿਸਤੇ ਦੀ ਰੂਹ ਨੂੰ ਸੱਚਖੰਡ ਵਿੱਚ ਭੇਜ ਦਿੱਤਾ ਜੀ। ਆਪ ਬਸਤਰ ਦਿੱਤਾ ਇੱਕ, ਉਹ ਬਸਤਰ ਪਿਸਤੇ ਉੱਤੇ ਕਹਿਣ ਲੱਗੇ ਪਾ ਦਿਓ, ਇਹਨੂੰ ਧਰਤੀ ਵਿੱਚ ਦੱਬ ਦਿਓ ਕਹਿਣ ਲੱਗੇ। ਪਿਸਤੇ ਦੀ ਤੇ ਕਲਿਆਣ ਹੋ ਗਈ ਜੀ। ਮਹਾਰਾਜ ਨੇ ਬ੍ਰਾਹਮਣ ਨੂੰ ਵੇਖ ਕੇ ਕਿਹਾ, ਮਹਾਰਾਜ ਕਹਿਣ ਲੱਗੇ ਜਿਹੜਾ ਸੂਲ ਪਿਸਤੇ ਨੂੰ ਉੱਠਿਆ ਨਾ, ਉਹ ਹੁਣ ਤੈਨੂੰ ਉੱਠੇਗਾ ਤੇ ਤੂੰ ਇੰਜ ਮਰੇਗਾ ਕਹਿਣ ਲੱਗੇ। ਕਹਿਣ ਦੀ ਦੇਰ ਸੀਗੀ। ਪਿਸਤੇ ਨੇ ਤੇ ਜ਼ਹਿਰ ਛਕਿਆ ਨਾ ਜੀ, ਬ੍ਰਾਹਮਣ ਨੇ ਜ਼ਹਿਰ ਨਹੀਂ ਛਕਿਆ ਜੀ। ਗੁਰੂ ਅਰਜਨ ਸਾਹਿਬ ਨੇ ਬਚਨ ਹੀ ਕੀਤਾ ਜੀ। ਬਸ ਫਿਰ ਕੀ ਸੀਗਾ, ਬ੍ਰਾਹਮਣ ਨੂੰ ਉੱਠਿਆ ਸੂਲ, ਤੜਪ ਤੜਪ ਕੇ ਉਹ ਬ੍ਰਾਹਮਣ ਖਿਡਾਵਾ ਜਿਹੜਾ ਸੰਗਤਾਂ ਦੇ ਸਾਹਮਣੇ ਉਹ ਵੀ ਮਰ ਗਿਆ ਜੀ। ਜਦੋਂ ਮਰ ਗਿਆ ਜੀ, ਗੁਰੂ ਸਾਹਿਬ ਨੇ ਸ਼ਬਦ ਉਚਾਰਿਆ, ਭੈਰੋ ਮਹੱਲਾ ਪੰਜਵਾ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਸਾਡੇ ਪੁੱਤਰ ਦੀ ਰਾਖੀ ਕੀਤੀ ਹੈ। ਥੋੜਾ ਜਿੰਨਾ ਵੀ ਦਹੀਂ ਸਾਡੇ ਪੁੱਤਰ ਦੇ ਅੰਦਰ ਨਹੀਂ ਗਿਆ ਕਹਿਣ ਲੱਗੇ, ਜ਼ਹਿਰ ਨਹੀਂ ਗਿਆ ਅੰਦਰ, ਤੇ ਦੁਸ਼ਟ ਸੂਲ ਨਾਲ ਮਰ ਗਿਆ। ਹੁਣ ਉਹ ਮਰਿਆ ਪਿਆ। ਮਹਾਰਾਜ ਪਿਸਤੇ ਦੇ ਗੁਣ ਸੰਗਤ ਨੂੰ ਦੱਸਦੇ ਆ। ਮਹਾਰਾਜ ਕਹਿੰਦੇ ਪਿਸਤਾ ਬੜਾ ਹੀ ਚੰਗਾ ਹੁੰਦਾ ਸੀਗਾ, ਸਾਡੇ ਲਾਗੇ ਲਾਗੇ ਰਹਿੰਦਾ ਹੁੰਦਾ ਸੀਗਾ। ਸੰਗਤ ਦੀ ਕੋਈ ਪੂਰਬਲੇ ਭਾਗ ਜਾਗਣ ਫਿਰ ਇਹ ਖੇਡ ਬਣਦੀ ਹੈ। ਕੋਈ ਪਤਾ ਨਹੀਂ ਹੈ, ਭਾਗ ਕੁੱਤੇ ਦੇ ਵੀ ਜਾਗ ਸਕਦੇ ਨੇ ਜੀ, ਜਾਨਵਰਾਂ ਦੇ ਭਾਗ ਨਹੀਂ ਜਾਗੇ ਜੀ। ਇਤਿਹਾਸ ਵਿੱਚ ਆਉਂਦਾ ਗੁਰੂ ਸਾਹਿਬ ਜਿਨ੍ਹਾਂ ਘੋੜਿਆਂ ਤੇ ਸਵਾਰੀ ਕਰਦੇ ਉਹਨਾਂ ਦੇ ਭਾਗ ਨਹੀਂ ਜਾਗੇ ਜੀ। ਘੋੜਿਆਂ ਦੇ ਨਾਮ ਤੇ ਗੁਰਦੁਆਰੇ ਬਣੇ ਹੋਏ ਜੀ। ਗੁਰਦੁਆਰਾ ਸੁਹੇਲਾ ਘੋੜਾ ਸਾਹਿਬ, ਜਿਨ੍ਹਾਂ ਘੋੜਿਆਂ ਦੇ ਉੱਤੇ ਗੁਰੂ ਅਮਰਦਾਸ ਜੀ ਸਵਾਰੀ ਕਰਦੇ ਰਹੇ। ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ, 6ਵੇਂ ਪਾਤਸ਼ਾਹ ਨੇ 2 ਘੋੜੇ ਰੱਖੇ ਹੁੰਦੇ ਸੀ। 7ਵੇਂ ਪਾਤਸ਼ਾਹ ਮਹਾਰਾਜ ਘੋੜੇ ਦੀ ਸਵਾਰੀ ਕਰਦੇ ਰਹੇ। ਗੁਰੂ ਤੇਗ ਬਹਾਦਰ ਸਾਹਿਬ ਕਰਦੇ ਰਹੇ। 10ਵੇਂ ਪਾਤਸ਼ਾਹ ਕੋ ਤੇ ਪਤਾ ਹੀ ਨਹੀਂ ਕਿੰਨੇ ਕੁ ਘੋੜੇ ਆਏ ਜੀ। ਉਹਨਾਂ ਘੋੜਿਆਂ ਦੇ ਭਾਗ ਨਹੀਂ ਜਾਗੇ ਜੀ, ਬਾਜ ਦੇ ਭਾਗ ਨਹੀਂ ਜਾਗੇ ਜਿਹੜਾ ਮਹਾਰਾਜ ਜੀ ਦੇ ਹੱਥ ਤੇ ਰਹਿੰਦਾ ਹੁੰਦਾ ਸੀਗਾ ਜੀ। ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਕਿਹਦਾ ਪੂਰਬਲਾ ਭਾਗ ਉਦੇ ਹੋ ਜਾਣਾ ਹੈ। ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੀ ਤੁਹਾਡੇ ਚਰਨਾਂ ਨਾਲ ਬਾਣ ਆਵੇ। ਅਸੀਂ ਆਏ ਹਾਂ ਮਹਾਰਾਜ ਤੁਹਾਡੇ ਚਰਨਾਂ ਵਿੱਚ ਹੀ ਰਹੀਏ ਜੀ। ਮਾੜਾ ਭਾਗ ਕਿਤੇ ਪੈਦਾ ਹੋ ਜੇ ਨਾ ਜੀ, ਸੰਗਤ ਜੀ ਦੂਰੀ ਪੈ ਜਾਂਦੀ ਹੈ ਜੀ। ਜਦੋਂ ਕਿਤੇ ਮਾੜਾ ਕਰਮ ਬੰਦੇ ਦੇ ਅੱਗੇ ਆ ਜਾਵੇ, ਬੰਦੇ ਦੀ ਗੁਰੂ ਤੋਂ ਦੂਰੀ ਪੈ ਜਾਂਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ, ਸਾਡੇ ਗੁਰੂ ਜੀ ਦੇ ਚਰਨਾਂ ਨਾਲ ਬਾਣ ਆਵੇ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਕੋਈ ਰਸਨਾ ਬਾਂਝੀ ਨਾ ਰਵੇ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ। ਪਰਿਓ ਦਿਜ ਹੇਰ ਫੇਰ ਗੰਗਾ ਕਰ ਜੋਰ ਕਹੈ। ਉਹ ਜਦੋਂ ਬ੍ਰਾਹਮਣ ਮਰਿਆ ਪਿਆ ਨਾ ਜੀ ਵਿਹੜੇ ਵਿੱਚ, ਤੇ ਮਾਤਾ ਗੰਗਾ ਜੀ ਨੇ ਉਹਨੂੰ ਮਰੇ ਹੋਏ ਨੂੰ ਵੇਖ ਕੇ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਜੀ। ਹਾਂਜੀ, ਮਰਿਓ ਇਹ ਪਾਪੀ ਪੈ ਪ੍ਰਗਟ ਪਾਪ ਭਇਓ ਨਾਹਿ। ਸੱਚੇ ਪਾਤਸ਼ਾਹ ਇਹ ਪਾਪੀ ਤੇ ਮਰ ਗਿਆ, ਪਰ ਮਹਾਰਾਜ ਜਿਹੜਾ ਇਹਨੇ ਪਾਪ ਕੀਤਾ ਉਹ ਪ੍ਰਗਟ ਨਹੀਂ ਹੋਇਆ ਅਜੇ। ਮਹਾਰਾਜ ਕਿਹਦੇ ਕਹਿਣ ਤੇ ਇਹਨੇ ਜ਼ਹਿਰ ਦਿੱਤਾ, ਅਜੇ ਪਾਪ ਪ੍ਰਗਟ ਨਹੀਂ ਹੋਇਆ ਸੱਚੇ ਪਾਤਸ਼ਾਹ। ਹਾਂਜੀ, ਕੌਣ ਹੇਤ ਬਿਖਦੇ ਮਾਰ ਚਾਹੈ ਨੰਦ ਮੇਰੋ। ਮਹਾਰਾਜ ਕਿਹਦੇ ਵਾਸਤੇ ਇਹਨੇ ਮੇਰੇ ਪੁੱਤਰ ਨੂੰ ਮਾਰਨ ਦੀ ਸੋਚ ਸੋਚੀ ਸੀਗੀ? ਇਹਨੂੰ ਕਿੰਨੇ ਕਿਹਾ ਸੀਗਾ ਵੀ ਜ਼ਹਿਰ ਦੇ ਮਹਾਰਾਜ? ਹਾਂਜੀ, ਜਾਂ ਕੋ ਕੌਣ ਕਾਜ ਹੋਤ ਠਾਨੈ ਪਾਪ ਜਿਸੀ ਚਾਹੇ। ਜਿਹਦੀ ਚਾਹਤ ਦੇ ਨਾਲ ਇਹਨੇ ਪਾਪ ਕੀਤਾ ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ ਅਜੇ ਉਹ ਗੱਲ ਗੁਪਤ ਹੈਗੀ, ਪ੍ਰਗਟ ਨਹੀਂ ਹੋਈ ਮਹਾਰਾਜ। ਹਾਂਜੀ, ਕਹਿ ਦੋ ਸਿੱਖ ਲਾਇਓ ਕਿਨ ਬਨੇ ਜੋ ਦੁਸ਼ਮਨ। ਸੱਚੇ ਪਾਤਸ਼ਾਹ ਕਿੰਨੇ ਇਹਨੂੰ ਸਿਖਾਇਆ? ਕੌਣ ਸਾਡਾ ਦੁਸ਼ਮਣ ਹੈ? ਕਿਹਦੇ ਸਿਖਾਇਆ ਇਹ ਦੁਸ਼ਮਣ ਬਣ ਗਿਆ? ਬੜਾ ਕੁਝ ਹੁੰਦਾ ਸੰਗਤ ਜੀ ਸੰਸਾਰ ਵਿੱਚ। ਹਾਂਜੀ, ਆ ਗਏ ਉਤਪਾਤ ਕਿਨ ਬਸਤ ਵਡਾਲੀ ਮਾਹ। ਮਹਾਰਾਜ ਜ਼ਰੂਰ ਇਹਨੂੰ ਉਹਨੇ ਹੀ ਪ੍ਰੇਰਿਆ ਹੋਏਗਾ ਜਿਨੇ ਵਡਾਲੀ ਵਿੱਚ ਬੜੇ ਉਤਪਾਤ ਕਰਾਏ ਸਨ। ਮਹਾਰਾਜ ਪਤਾ ਕਰੀਏ ਸੱਚੇ ਪਾਤਸ਼ਾਹ, ਇਹਦੇ ਮਰਨ ਨਾਲ ਗੱਲ ਗੁਪਤ ਹੀ ਰਹਿ ਗਈ ਹੈ। ਹਾਂਜੀ, ਨਿਰਣੈ ਭਇਓ ਨਾ ਇਹ ਸਭ ਕੋ ਸੰਦੇਹ ਰਹਿਓ। ਨਿਰਣੈ ਭਇਓ ਨਾ ਇਹ ਮਹਾਰਾਜ ਅਜੇ ਗੱਲ ਪੱਕੀ ਨਹੀਂ ਹੋਈ। ਮਹਾਰਾਜ ਕਿਉਂ ਮਹਾਰਾਜ ਸਾਡੇ ਪੁੱਤਰ ਨੂੰ ਜ਼ਹਿਰ ਦਿੱਤਾ? ਮਹਾਰਾਜ ਇਹ ਤਾਂ ਸ਼ੱਕ ਹੀ ਰਹਿ ਗਿਆ ਸਾਰਿਆਂ ਦੇ ਮਨ 'ਚ। ਹਾਂਜੀ, ਗਇਓ ਤਿਆਗ ਦੇਹ ਕੋ ਬਤਾਏ ਦੇਹ ਬਾਤ ਯਾਹੇ। ਸੱਚੇ ਪਾਤਸ਼ਾਹ ਇਹਨੂੰ ਚਾਹੀਦਾ ਸੀਗਾ ਮਰਨ ਤੋਂ ਪਹਿਲਾਂ ਬੋਲ ਕੇ ਜਾਂਦਾ। ਵੇਖ ਲੋ ਸੰਗਤ ਦੀ, ਕੁੱਤੇ ਦੇ ਮਰਨ ਤੇ ਦੁੱਖ ਹੋਇਆ, ਤੇ ਉਸੇ ਖਡਾਵੇ ਦੇ ਮਰਨ ਤੇ ਦੁੱਖ ਨਹੀਂ ਤੇ ਹੋਇਆ ਕਿਸੇ ਨੂੰ ਜੀ। ਮਾੜੇ ਬੰਦੇ ਦੇ ਜਾਣ ਤੇ ਕਿਹਨੂੰ ਦੁੱਖ ਹੁੰਦਾ ਜੀ? ਹਾਂਜੀ, ਆਪ ਕੇ ਬਚਨ ਤੇ ਉਠਿਓ ਹੈ ਸੂਲ ਮਾਰਿਓ ਇਹ। ਸੱਚੇ ਪਾਤਸ਼ਾਹ ਤੁਹਾਡੇ ਬਚਨ ਨਾਲ ਇਹਨੂੰ ਸੂਲ ਉੱਠਿਆ ਮਹਾਰਾਜ। ਉਸ ਸੂਲ ਉੱਠਣ ਦੇ ਨਾਲ ਇਹ ਮਰ ਗਿਆ ਮਹਾਰਾਜ। ਹਾਂਜੀ, ਪ੍ਰਭੂ ਜੀ ਜੀਵਾਵੋ ਨਾਹੇ ਮਾਰਨ ਕਰੀਜੀਏ। ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਮਹਾਰਾਜ ਇੱਕ ਵਾਰੀ ਇਹਨੂੰ ਜਿਉਂਦਿਆਂ ਕਰੋ। ਮਹਾਰਾਜ ਇਹਨੂੰ ਜਿੰਦੇ ਕਰ ਦਿਓ ਸੱਚੇ ਪਾਤਸ਼ਾਹ। ਹੁਣ ਜਿਹੜਾ ਬੰਦਾ ਮਾਰੀ ਗਿਆ ਜੀ ਉਹ ਜਿੰਦਾ ਕਿਵੇਂ ਹੋਏਗਾ ਜੀ? ਹਾਂਜੀ, ਏਕ ਦਿਜ ਦੇਹ ਦੂਜਾ ਖੋਏ ਹੈ ਸੰਦੇਹ ਸਭ। ਇੱਕ ਤੇ ਮਹਾਰਾਜ ਬ੍ਰਾਹਮਣ ਹੈਗਾ, ਦੂਜਾ ਇਹਦੇ ਜਿੰਦੇ ਹੋਣ ਨਾਲ ਮਹਾਰਾਜ ਸ਼ੱਕ ਨਿਕਲ ਜਾਏਗਾ ਸਾਰਿਆਂ ਅੰਦਰੋਂ ਜ਼ਹਿਰ ਕਿਹਨੇ ਦਿੱਤਾ ਸੀਗਾ। ਹਾਂਜੀ, ਸ਼ਾਲ ਕੋ ਬਤਾਏ ਦੇਹ ਬੂਝ ਇਸ ਲੀਜੀਏ। ਸੱਚੇ ਪਾਤਸ਼ਾਹ ਇਹਨੂੰ ਜਿੰਦਿਆਂ ਕਰਕੇ ਮਹਾਰਾਜ ਇਹਦੇ ਕੋਲੋਂ ਪੁੱਛੀਏ ਕਿ ਤੈਨੂੰ ਕਿਹਨੇ ਇਹ ਪਾਪ ਕਰਨ ਦੀ ਕਿਹਾ ਸੀਗਾ। ਹਾਂਜੀ, ਸਭ ਕੋ ਪ੍ਰਤੀਤ ਆਏ ਦੇ ਕੋ ਸੁਨਾਏ। ਮਹਾਰਾਜ ਜਦੋਂ ਇਹ ਆਪ ਬੋਲ ਕੇ ਦੱਸੇਗਾ ਨਾ ਉਦੋਂ ਸਾਰਿਆਂ ਨੂੰ ਭਰੋਸਾ ਹੋਏਗਾ। ਜਦੋਂ ਇਹ ਬੋਲ ਕੇ ਦੱਸੇਗਾ ਵੀ ਮੈਨੂੰ ਇਹਨੇ ਭੇਜਿਆ ਸੀਗਾ। ਜੇ ਮਹਾਰਾਜ ਅਸੀਂ ਅੰਦਾਜ਼ੇ ਨਾਲ ਕਿਸੇ ਦਾ ਨਾਮ ਲਈਏ ਲੋਕਾਂ ਨੇ ਮੰਨਣਾ ਨਹੀਂ ਹੈ। ਹਾਂਜੀ, ਨਹਿ ਗੋਪ ਕੋ ਰਖਾਏ ਇਸ ਮੁਖ ਤੇ ਸੁਣੀ ਜੀਏ। ਇਸ ਕਰਕੇ ਗੱਲ ਗੁਪਤ ਨਾ ਰੱਖੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਮੂੰਹੋਂ ਹੀ ਸੁਣੀਏ ਕਿ ਇਹ ਕੰਮ ਕਿਹਨੇ ਕੀਤਾ ਸਾਰਾ। ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਇਹਦਾ ਭਾਵ ਮਾਤਾ ਜੀ ਨੂੰ ਪਤਾ ਹੈ ਮੇਰੇ ਪਤੀ ਗੁਰੂ ਜੀ ਸਮਰੱਥ ਹਨ, ਮਰੇ ਨੂੰ ਵੀ ਜਿੰਦਿਆਂ ਕਰ ਸਕਦੇ ਨੇ ਜੀ। ਹਾਂਜੀ, ਆਪ ਕੇ ਸ਼ਰੀਕ ਬਿਨ ਪਾਪ ਅਸ ਕਰੈ ਕੌਣ। ਮਹਾਰਾਜ ਮੈਨੂੰ ਇਹ ਵੀ ਪਤਾ ਹੈ ਸ਼ਰੀਕਾਂ ਤੋਂ ਬਗੈਰ ਹੋਰ ਕੋਈ ਦਾ ਇਹ ਕੰਮ ਨਹੀਂ ਹੈਗਾ। ਮਹਾਰਾਜ ਇਹ ਸ਼ਰੀਕਾਂ ਨੇ ਹੀ ਕੀਤਾ ਸਾਡੇ ਨਾਲ। ਹਾਂਜੀ, ਤੋ ਬ੍ਰਿੰਦ ਲੋਕਨ ਮੈਂ ਦਿਜ ਤੇ ਕਹੀ ਜੀਏ। ਤੋ ਬ੍ਰਿੰਦ ਲੋਕਨ ਮੈਂ ਦਿਜ ਤੇ ਕਹੀ ਜੀਏ। ਫਿਰ ਵੀ ਇੰਨੇ ਲੋਕਾਂ ਵਿੱਚੋਂ ਇਸ ਬ੍ਰਾਹਮਣ ਦੇ ਮੁਖੋਂ ਕਹਾਓ ਮਹਾਰਾਜ, ਖਿਡਾਵੇ ਦੇ ਮੁਖੋਂ ਕਹਾਓ ਮਹਾਰਾਜ, ਕਿੰਨੇ ਜ਼ਹਿਰ ਦੇਣ ਨੂੰ ਆਖਿਆ ਸੀਗਾ। ਹਾਂਜੀ,
और सुनो बात लोक निंदा को बखान करें। ਮਹਾਰਾਜ ਹੋਰ ਵੀ ਇੱਕ ਗੱਲ 'ਚ ਸਭ ਨੂੰ ਪਤਾ ਆਪ ਜੀ ਨੇ ਬਚਨ ਕੀਤਾ ਤੇ ਤੁਹਾਡੇ ਬਚਨ ਨਾਲ ਉਸੇ ਵੇਲੇ ਸੂਲ ਉੱਠਿਆ ਤੇ ਮਰ ਗਿਆ, ਲੋਕਾਂ ਨੇ ਨਿੰਦਿਆ ਕਰਨੀ ਹੈ। ਹਾਂ, ਬ੍ਰਿਪ ਮਾਰਿਓ ਧਾਮ ਬਿਖੈ ਭੇਦ ਨ ਸਕੈਂਗੇ ਜਾਨ। ਸੱਚੇ ਪਾਤਸ਼ਾਹ ਲੋਕਾਂ ਨੇ ਇਹੋ ਕਹਿਣਾ ਬ੍ਰਾਹਮਣ ਨੂੰ ਮਾਰ ਦਿੱਤਾ, ਇਹਨਾਂ ਨੇ ਬ੍ਰਾਹਮਣ ਨੂੰ ਮਾਰ ਦਿੱਤਾ। ਭੇਦ ਥੋੜੀ ਕਿਸੇ ਨੂੰ ਪਤਾ ਲੱਗਣਾ ਵੀ ਇਹਨੇ ਕਿਹੜਾ ਪਾਪ ਕੀਤਾ। ਲੋਕਾਂ ਨੇ ਦੂਜੇ ਪਾਸੇ ਤੁਰਨਾ। ਅਸਲ ਵਿੱਚ ਜੀ ਤੇ ਕਿਸੇ ਨੂੰ ਵੀ ਮਾਰਨਾ ਪਾਪ ਹੈਗਾ ਜੀ, ਪਰ ਦੁਸ਼ਟ ਨੂੰ ਮਾਰਨਾ ਪਾਪ ਨਹੀਂ ਹੈਗਾ ਜੀ। ਮਹਾਰਾਜ ਬਾਣੀ 'ਚ ਕਹਿੰਦੇ ਆ ਦੁਸ਼ਟਾਂ ਨੂੰ, ਹੇ ਪਰਮੇਸ਼ਰ ਤੂੰ ਆਪ ਹੀ ਖਤਮ ਕਰ ਦੇ। ਹਮਰੇ ਦੁਸ਼ਟ ਸਭੈ ਤੁਮ ਕਾਬਹੁ ਦਾ ਕੀ ਅਰਥ ਹੁੰਦਾ ਜੀ? ਮਾਰ ਦਿਓ। ਇਹ ਗੱਲ ਲੋਕਾਂ ਬੜੀ ਪ੍ਰਚਲਿਤ ਕੀਤੀ ਸੀ ਵੀ ਬ੍ਰਾਹਮਣ ਨੂੰ ਨਹੀਂ ਮਾਰਨਾ, ਪਰ ਗੁਰੂ ਸਾਹਿਬ ਜੀ ਦੀ ਨਿਗਾਹ 'ਚ ਬ੍ਰਾਹਮਣ ਕੌਣ ਹੈ ਇਹ ਸੁਣ ਲਓ। ਜਾਤ ਵਾਲਾ ਬ੍ਰਾਹਮਣ ਗੁਰੂ ਦੀ ਨਿਗਾਹ 'ਚ ਬ੍ਰਾਹਮਣ ਨਹੀਂ ਹੈਗਾ। ਗੁਰੂ ਦੀ ਨਿਗਾਹ 'ਚ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਜੀ। ਉਹ ਸ਼ੂਦਰਾਂ ਦੇ ਘਰ ਪੈਦਾ ਹੋਇਆ ਬੱਚਾ ਵੀ ਕਰ ਸਕਦਾ ਹੈ ਜੀ। ਪਰ ਮਾਤਾ ਜੀ ਕਹਿੰਦੇ ਮਹਾਰਾਜ ਲੋਕਾਂ ਨੇ ਤੇ ਇਹੋ ਕਹਿਣਾ ਨਾ ਵੀ ਬ੍ਰਾਹਮਣ ਮਾਰ ਦਿੱਤਾ। ਤੇਨ ਦਿਜ ਰਛਕ ਹੈ ਬਿਰਦ ਤੁਮਾਰੋ ਭਾਰੋ। ਸੱਚੇ ਪਾਤਸ਼ਾਹ ਲੋਕ ਤਾਂ ਕਹਿੰਦੇ ਆ ਗਊ ਗਰੀਬ ਦੀ ਰਾਖੀ ਕਰਨ ਵਾਲਾ ਗੁਰੂ ਘਰ ਦਾ ਕੰਮ ਹੈ, ਤੇ ਲੋਕਾਂ ਕਹਿਣਾ ਗਰੀਬ ਬ੍ਰਾਹਮਣ ਬਚਨ ਕਰਕੇ ਮਾਰ ਦਿੱਤਾ। ਹਾਂਜੀ, ਛਮੋ ਅਪਰਾਧ ਆਪ ਪਾਪੀ ਪੈ ਕਿਰਪਾ ਕੋ ਠਾਨ। ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਨੂੰ ਮਾਫ ਕਰ ਦਿਓ। ਪਾਪ ਤੈਨੇ ਕੀਤਾ ਪਰ ਇਹਨੂੰ ਮਾਫ ਕਰ ਦਿਓ। ਕਮਾਲ ਦੀ ਗੱਲ ਇਹ ਹੈ ਜਿਹੜਾ ਬੰਦਾ ਮਾਰੀ ਗਿਆ ਜੀ, ਹੁਣ ਉਹਦੇ ਨਾਲ ਕੀ ਕੀਤਾ ਜਾ ਸਕਦਾ ਹੈ ਜੀ? ਜਿਹੜਾ ਮਾਰੀ ਗਿਆ ਉਹਦੇ ਨਾਲ ਕੀ ਕੀਤਾ ਜਾ ਸਕਦਾ? ਪਰ ਮਾਤਾ ਗੰਗਾ ਜੀ ਨੂੰ ਪਤਾ ਹੈ ਵੀ ਮਰ ਗਿਆ ਹੋਏਗਾ ਲੋਕਾਂ ਵਾਸਤੇ ਗੁਰੂ ਜੀ ਸਭ ਕੁਝ ਕਰ ਸਕਦੇ ਨੇ ਜੀ। ਹਾਂਜੀ, ਸਹਿਜ ਸੁਭਾਵ ਹੈ ਕਿਰਪਾਲਤਾ ਵਿਸਾਲ ਧਰੋ। ਸੱਚੇ ਪਾਤਸ਼ਾਹ ਤੁਹਾਡਾ ਸਹਿਜ ਸੁਭਾਅ ਹੈ। ਮਹਾਰਾਜ ਤੁਸੀਂ ਕਿਰਪਾ ਦੇ ਘਰ ਵਿੱਚ ਆਓ ਸੱਚੇ ਪਾਤਸ਼ਾਹ। ਹਾਂਜੀ, ਬਿਨਾ ਮੇਰੀ ਮਾਨੀਏ ਸਦੀਵ ਤੁਮ ਰਾਖੋ ਮਾਨ। ਮਹਾਰਾਜ ਮੇਰੀ ਬੇਨਤੀ ਹੈ ਆਪ ਜੀ ਦੇ ਚਰਨਾਂ 'ਚ, ਜਿੱਥੇ ਹੋਰ ਬੇਨਤੀਆਂ ਮੰਨਦੇ ਹੋ, ਸਦਾ ਹੀ ਬੇਨਤੀਆਂ ਮੇਰੀਆਂ ਮੰਨਦੇ ਹੋ, ਮਹਾਰਾਜ ਇਹ ਵੀ ਬੇਨਤੀ ਮੇਰੀ ਮੰਨ ਲਓ। ਹਾਂਜੀ, ਕਰਿਓ ਜਿਮ ਭਰਿਓ ਤਿਮ ਮਰਿਓ ਧਰ ਅਰਿਓ ਅਬ। ਹਾਂ, ਕਰਿਓ ਜਿਮ ਭਰਿਓ ਤਿਮ, ਜਿਵੇਂ ਇਹਨੇ ਕੀਤਾ ਉਹ ਭੁਗਤਾਨ ਪਾ ਲਿਆ ਮਹਾਰਾਜ। ਮਰਿਓ ਧਰ ਭਰਿਓ ਅਬ, ਕਿਉਂ ਮਰਿਆ ਪਿਆ ਧਰਤੀ ਤੇ, ਇਹਦੇ ਤੋਂ ਵੱਧ ਕੀ ਸਜ਼ਾ ਹੋ ਸਕਦੀ ਹੈ? ਕਿਸੇ ਨੂੰ ਮਾਰ ਹੀ ਦੇਣਾ। ਹਾਂਜੀ, ਡਰਿਓ ਨਾ ਸ਼ਰੀਕ ਟਰਿਓ ਮਰਿਓ ਨਾ ਹਰਿਓ ਨਾ ਮਾਨ। ਪਰ ਮਹਾਰਾਜ ਸ਼ਰੀਕ ਤਾਂ ਨਹੀਂ ਡਰਿਆ ਇਹਦੇ ਨਾਲ, ਨਾ ਉਹਨੇ ਟਲ ਜਾਣਾ, ਤੇ ਮਹਾਰਾਜ ਸਗੋਂ ਆਪ ਜੀ ਦੇ ਮਾਣ ਵਿੱਚ ਉਹਨੇ ਗੱਲਾਂ ਕਰਨੀਆਂ ਨੇ ਕਿ ਬ੍ਰਾਹਮਣ ਦੀ ਹੱਤਿਆ ਕੀਤੀ ਇਹਨਾਂ ਨੇ। ਹਾਂਜੀ, ਗੰਗਾ ਕੇ ਬਚਨ ਸੁਨ ਬੋਲੇ ਗੁਰੂ ਅਰਜਨ। ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਾਤਾ ਜੀ ਦਾ ਬਚਨ ਸੁਣ ਕੇ ਪਾਪੀ ਦੰਡ ਦੇਣ ਜੋਗ ਦੋਸ਼ ਨਾ ਪਛਾਨ ਕੋਈ। ਮਹਾਰਾਜ ਕਹਿਣ ਲੱਗੇ ਗੰਗਾ ਜੀ ਇਹਨੇ ਬੜਾ ਵੱਡਾ ਪਾਪ ਕੀਤਾ, ਇਹ ਦੰਡ ਦੇਣ ਦੇ ਹੀ ਯੋਗ ਸੀਗਾ ਕਹਿਣ ਲੱਗੇ। ਹਾਂਜੀ, ਬਾਲਕ ਹਤਨ ਪੁਨ ਨਿਮਕ ਹਮਾਨ ਖਾਏ। ਕਹਿਣ ਲੱਗੇ ਇੱਕ ਤੇ ਗੁਰੂ ਘਰ ਦਾ ਹੀ ਨਮਕ ਖਾ ਕੇ ਗੁਰੂ ਘਰ ਦੇ ਹੀ ਸ਼ਹਿਜ਼ਾਦੇ ਨੂੰ ਮਾਰਨ ਦਿਆ। ਕਹਿਣ ਲੱਗੇ ਸਾਡਾ ਹੀ ਨਮਕ ਖਾਦਾ ਹੈ, ਸਾਡੇ ਪੁੱਤਰ ਨੂੰ ਹੀ ਮਾਰ ਰਿਹਾ ਮਹਾਰਾਜ ਕਹਿਣ ਲੱਗੇ। ਹਾਂਜੀ, ਫਿਰ ਗੁਰ ਧਾਮ ਕੋ ਅਦਾਇਬ ਨਾ ਕੀਨਨ ਜੋਏ। ਉਤੋਂ ਗੁਰੂ ਘਰ ਦਾ ਅਦਬ ਹੀ ਨਹੀਂ ਕੀਤਾ ਕਹਿਣ ਲੱਗੇ, ਇਹਨੇ ਸਤਿਕਾਰ ਭਾਵ ਹੀ ਨਹੀਂ ਰੱਖਿਆ। ਹੱਦ ਹੋ ਗਈ। ਛੋਟੇ ਜਿਹੇ ਸਾਹਿਬਜ਼ਾਦੇ ਨੇ, ਉਹਨਾਂ ਨੇ ਇਹਨਾਂ ਦਾ ਕੀ ਵਿਗਾੜਿਆ ਮਹਾਰਾਜ ਕਹਿਣ ਲੱਗੇ। ਹਾਂਜੀ, ਐਸੋ ਵੱਡ ਕਲ ਮਲ ਧਾਰੀ ਨਾ ਗਿਲਾਨ ਮਨ। ਮਹਾਰਾਜ ਕਹਿਣ ਲੱਗੇ ਇਸ ਮੂਰਖ ਨੇ ਬੜਾ ਵੱਡਾ ਪਾਪ ਕੀਤਾ ਹੈ, ਇਹਦੇ ਮਰਨ ਤੇ ਤੁਸੀਂ ਗਿਲਾਨੀ ਨਾ ਧਾਰਨ ਕਰੋ। ਹਾਂਜੀ, ਕੌਣ ਜਾਣੈ ਕੈਸੇ ਕੀਨ ਮੂਰਖ ਨਿਲਾਜ ਹੋ। ਮਹਾਰਾਜ ਕਹਿਣ ਲੱਗੇ ਕਿਹੜਾ ਨਹੀਂ ਜਾਣਦਾ ਇਸ ਮੂਰਖ ਨੇ ਕੀ ਕਰਨਾ ਚਾਹਿਆ। ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਦਾ
ਫੁਰਨਾ ਇਹਨੇ ਬਣਾਇਆ, ਮਹਾਰਾਜ ਕਹਿਣ ਲੱਗੇ ਮੇਰਾ ਫੁਰਨਾ ਹੀ ਨਹੀਂ ਬਣਾਇਆ, ਧੱਕੇ ਦੇ ਨਾਲ ਜ਼ਹਿਰ ਛਕਾਉਂਦਾ ਰਿਹਾ ਜੀ ਉਹਨਾਂ ਨੂੰ, ਤੇ ਇੱਕ ਗੱਲ ਵੱਖਰੀ ਉਹਨਾਂ ਨਹੀਂ ਛਕਿਆ ਜੀ। ਹਾਂਜੀ, ਕਿਉਂ ਤੋ ਇਮ ਬਾਤ ਕਹੈ ਵਿਪਰ ਕੋ ਜਿਵਾਇਓ ਕਹੈ। ਮਹਾਰਾਜ ਕਹਿਣ ਲੱਗੇ ਗੰਗਾ ਜੀ ਬ੍ਰਾਹਮਣ ਨੂੰ ਜਿੰਦਾ ਕਰਨ ਦੀਆਂ ਗੱਲਾਂ ਤੁਸੀਂ ਕਿਉਂ ਕਰ ਰਹੇ ਹੋ? ਕਹਿਣ ਲੱਗੇ ਛੱਡੋ ਪਰਾਂ, ਕਹਿਣ ਲੱਗੇ ਹਾਂਜੀ। ਕਾਸ਼ਟ ਮੈਂ ਪਾਇਦਾ ਹੈ ਲੇਹ ਫਲ ਮਿੱਤਰ ਸੋਏ। ਮਹਾਰਾਜ ਕਹਿਣ ਲੱਗੇ ਇਹਨੂੰ ਮ੍ਰਿਤਿਉ ਦੰਡ ਦਿੱਤਾ, ਇਹੋ ਹੀ ਫਲ ਯੋਗ ਸੀਗਾ, ਕਹਿਣ ਲੱਗੇ ਹਾਂਜੀ। ਗੁਰੂ ਬਾਕ ਸੁਨ ਕੇ ਬਖਾਨੀ ਗੰਗ ਬਾਣੀ ਪੁਨ। ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਨਾ ਫਿਰ ਬੇਨਤੀ ਕਰਨ ਲੱਗੇ ਜੀ। ਸਾਰੀਆਂ ਸੰਗਤਾਂ ਸੁਣ ਰਹੀਆਂ ਨੇ ਇਹ ਬਚਨ ਹਾਂਜੀ। ਸੁਣੀ ਮੈਂ ਕਹਾਣੀ ਕਾਨ ਬੜੇ ਪੁਰਖਾਨ ਕੀ। ਸੱਚੇ ਪਾਤਸ਼ਾਹ ਮੈਂ ਨਾ ਵੱਡੇ ਪੁਰਖਾਂ ਨੂੰ ਗੱਲਾਂ ਕਰਦਿਆਂ ਆਪਣੇ ਕੰਨਾਂ ਨਾਲ ਸੁਣਿਆ ਹੈ ਮਹਾਰਾਜ ਹਾਂਜੀ। ਤੁਮ ਸੋ ਪਨਤ ਨ ਬਨਤ ਮਹਾਮਤ ਆਪ। ਸੱਚੇ ਪਾਤਸ਼ਾਹ ਆਪ ਜੀ ਤੇ ਮਹਾ ਸਿਆਣੇ ਹੋ ਮਹਾਰਾਜ, ਮੈਂ ਤੁਹਾਨੂੰ ਕੀ ਦੱਸਾਂ ਵੀ ਮੈਂ ਕਿਹੜੀਆਂ ਗੱਲਾਂ ਉਹਨਾਂ ਕੋਲ ਸੁਣੀਆਂ ਨੇ। ਮਹਾਰਾਜ ਜਿਵੇਂ ਲੋਕ ਗੱਲਾਂ ਕਰਦੇ ਐ ਉਹ ਮਹਾਰਾਜ ਮੈਂ ਹੁਣ ਤੁਹਾਨੂੰ ਕੀ ਦੱਸਾਂ ਹਾਂਜੀ। ਤੋ ਉਸ ਪ੍ਰਸੰਗ ਪਾਏ ਕਹੋ ਹੱਠ ਠਾਨ ਕੀ। ਫਿਰ ਵੀ ਮਹਾਰਾਜ ਮੈਂ ਤੁਹਾਨੂੰ ਬੇਨਤੀ ਕਰਦੀ ਆ, ਮਹਾਰਾਜ ਗ੍ਰੰਥਾਂ ਦੇ ਵਿੱਚ ਇੰਝ ਲਿਖਿਆ ਵੱਡੇ ਪੁਰਾਣੇ ਬਜ਼ੁਰਗ ਜਿਹੜੇ ਆ ਉਹ ਇਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਆ ਹਾਂਜੀ। ਦਿਜ ਦੋਸ਼ਵਾਨ ਹੋਏ ਦੇਹ ਕਾ ਨ ਦੰਡ ਦੇਹ। ਆਖੋ ਵਾਹਿਗੁਰੂ। ਕਿ ਬ੍ਰਾਹਮਣ ਭਾਵੇਂ ਜਿੰਨਾ ਮਰਜ਼ੀ ਕਸੂਰਵਾਰ ਹੋਵੇ ਉਹਨੂੰ ਮਾਰਨਾ ਨਹੀਂ ਚਾਹੀਦਾ ਜੀ। ਸਾਧ ਸੰਗਤ ਜੀ ਇਹ ਢਿੱਲੀਆਂ ਗੱਲਾਂ ਨਾ ਬ੍ਰਾਹਮਣਾਂ ਨੇ ਆਪ ਹੀ ਗ੍ਰੰਥਾਂ 'ਚ ਲਿਖੀਆਂ ਹੋਈਆਂ ਸਨ ਵੀ ਅਸੀਂ ਜਿੰਨਾ ਮਰਜ਼ੀ ਵੱਡਾ ਪਾਪ ਕਰੀਏ ਸਾਨੂੰ ਮੌਤ ਦੀ ਸਜ਼ਾ ਨਾ ਮਿਲੇ ਜੀ। ਤੇ ਸ਼ੂਦਰ ਵਿਚਾਰਾ ਮਾੜਾ ਜਿਹਾ ਵੀ ਪਾਪ ਕਰੇ ਉਹਨੂੰ ਝੱਟ ਮਾਰ ਦਿਓ, ਇਹ ਗੱਲ ਗ੍ਰੰਥਾਂ 'ਚ ਲਿਖੀ ਹੋਈ ਹੈ। ਹੁਣ ਇਹ ਗੱਲਾਂ ਲੋਕਾਂ ਦੇ ਸੀਨਿਆਂ 'ਚ ਬੜੀਆਂ ਹੋਈਆਂ ਸਨ ਜੀ। ਮਾਤਾ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਇਹੋ ਜਿਹੀਆਂ ਗੱਲਾਂ ਸੁਣੀਆਂ ਨੇ ਹਾਂਜੀ। ਅਪਰ ਅਨੇਕ ਬਿਦ ਠਾਨੈ ਜਿਮ ਜਾਨ ਕੀ। ਵੀ ਬ੍ਰਾਹਮਣ ਨੂੰ ਹੋਰ ਕੋਈ ਸਜ਼ਾ ਦੇ ਦੋ, ਮਾਰੋ ਨਾ ਉਹਨੂੰ, ਕਹਿਣ ਲੱਗੇ ਮਹਾਰਾਜ ਮੈਂ ਗੱਲਾਂ ਸੁਣੀਆਂ ਹੋਈਆਂ ਨੇ ਸੱਚੇ ਪਾਤਸ਼ਾਹ ਹਾਂਜੀ। ਖੋਟਾਨ ਕੋ ਖੋਟ ਪ੍ਰਗਟਾਵੇ ਜੋ ਤਿਜ ਜੀਵ ਹਾਂਜੀ। ਜਾਂ ਤੇ ਮੇਰੀ ਬੇਨਤੀ ਸੁਣੋ ਤੇ ਜਵਾਨ ਕੀ। ਤੇ ਸੱਚੇ ਪਾਤਸ਼ਾਹ ਇਹ ਵੀ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਵੀ ਤੁਸੀਂ ਬ੍ਰਾਹਮਣ ਨੂੰ ਬਚਨ ਕੀਤਾ ਮਰ ਗਿਆ, ਪਰ ਮੇਰੀ ਇਹ ਬੇਨਤੀ ਹੈ ਮਹਾਰਾਜ ਇਹਨੂੰ ਜਿਉਂਦਿਆਂ ਕਰੋ, ਇਹਦੇ ਮੁਖੋਂ ਸੁਣੀਏ ਕਿ ਮਹਾਰਾਜ ਇਹਨੂੰ ਕਿਹਨੇ ਕਿਹਾ ਸੀ ਵੀ ਹਰਗੋਬਿੰਦ ਜੀ ਨੂੰ ਜ਼ਹਿਰ ਦੇ। ਮਹਾਰਾਜ ਇਹਨੂੰ ਜ਼ਹਿਰ ਕਿਹਨੇ ਦਿੱਤੀ? ਸੱਚੇ ਪਾਤਸ਼ਾਹ ਮੇਰੀ ਇੱਛਾ ਹੈ ਮਹਾਰਾਜ ਮੈਂ ਇਹਦੇ ਮੁਖੋਂ ਸੁਣਨਾ ਚਾਹੁੰਦੀ ਹਾਂ ਹਾਂਜੀ। ਸ਼੍ਰੀ ਗੁਰੂ ਸੋ ਜਾਨੀ ਬਿਖੈ ਠਾਨੀ ਮਨ ਮਾਨੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਗੰਗਾ ਜੀ ਖੋਟ ਵਾਲੀ ਤੁਹਾਡੀ ਗੱਲ ਮੰਨ ਲੈਨੇ ਆ ਅਸੀਂ ਹਾਂਜੀ। ਪੁਨ ਮੰਤਰ ਸਤ ਨਾਮ ਕੋ ਪਠਿਓ ਹੈ ਜਲ ਹਾਲ ਸਦੀਨ। ਮਹਾਰਾਜ ਇੱਕ ਸੇਵਕ ਨੂੰ ਕਹਿਣ ਲੱਗੇ ਲਿਆ ਪਿਆਰਿਆ ਜਲ ਦੇ ਸਾਨੂੰ ਪਾਣੀ ਦੇ, ਕਹਿਣ ਲੱਗੇ। ਤੇ ਗੁਰਮੁਖੋ ਗੁਰੂ ਅਰਜਨ ਸਾਹਿਬ ਨੇ ਜਲ ਇਸ ਤਰ੍ਹਾਂ ਹੱਥ 'ਚ ਰੱਖਿਆ ਜੀ। ਜਲ ਰੱਖ ਕੇ ਨਾ ਹੱਥ ਵਿੱਚ ਤੇ ਆਪਣੇ ਮੁਖੋਂ ਕਿਹਾ ਸਤਨਾਮ ਸ੍ਰੀ ਹਾਂਜੀ। ਛਿਟਕਿਓ ਬਦਨ ਪਰ ਸਗਰੇ ਸਰੀਰ ਫੇਰ। ਤੇ ਫਿਰ ਮਹਾਰਾਜ ਨੇ ਕੀ ਕੀਤਾ ਜੀ? ਹੱਥ ਵਿੱਚ ਜਲ ਲੈ ਕੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉਹਦੇ ਸਰੀਰ ਤੇ ਛਿੱਟਾ ਮਾਰਿਆ ਜੀ ਬ੍ਰਾਹਮਣ ਦੇ ਹਾਂਜੀ। ਜੀਵ ਉਠਿਓ ਮੂੜ ਮਤ ਕਪਟੋ ਜੋ ਗੂੜ ਕੀਨ। ਮਹਾ ਪਾਪੀ ਮਹਾ ਮੂਰਖ ਬੰਦਾ ਜਿਹੜਾ ਖਿਡਾਵਾ ਹੈ, ਜਦੋਂ ਮਹਾਰਾਜ ਨੇ ਜਲ ਦਾ ਛਿੱਟਾ ਮਾਰਿਆ ਮਰਿਆ ਹੋਇਆ ਉੱਠ ਕੇ ਬੈਠ ਗਿਆ ਜੀ ਸਾਰਿਆਂ ਵਿੱਚ। ਚੇਤਾ ਰੱਖਿਓ ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਮਾਰ ਜੀਵਾਲੇ। ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਮਾਰ ਜੀਵਾਲੇ। ਮਹਾਰਾਜ ਮਾਲਕ ਹਨ ਜਿਹਨੂੰ ਚਾਉਣ ਮਾਰ ਦੇਣ, ਜਿਹਨੂੰ ਚਾਉਣ ਜਿਉਂਦਿਆਂ ਕਰ ਦੇਣ ਜੀ।
ਮਾਰ ਕੇ ਵੀ ਜਿੰਦਾ ਕਰ ਸਕਦੇ ਆ ਜੀ। ਬਚਨ ਨਾਲ ਮਰ ਗਿਆ, ਬਚਨ ਦੇ ਨਾਲ ਹੀ ਉਹ ਖਿਡਾਵਾ ਜਿਹੜਾ ਉੱਠ ਕੇ ਬੈਠ ਗਿਆ ਜੀ। ਹਾਂਜੀ। ਜੈਸੇ ਗਾੜ ਨਿੰਦਰਾ ਮੈਂ ਸੁਪਤ ਚਿਰਕਾਲ ਹੂੰ ਕੋ। ਕਹਿਣ ਲੱਗੇ ਜੈਸੇ ਗਾੜ ਨਿੰਦਰਾ ਮੈਂ, ਜਿਵੇਂ ਬੜੀ ਗਾੜੀ ਨੀਂਦ ਵਿੱਚ ਕੋਈ ਸੁੱਤਾ ਹੋਵੇ ਤੇ ਸੌਂ ਕੇ ਇੱਕਦਮ ਉੱਠੇ ਜੀ। ਹਾਂਜੀ। ਜਾਗ ਪਰਿਓ ਤਾਤ ਕਾਲ ਸਾਰੀ ਸੁਧ ਤੈਸੇ ਚੀਨ। ਉਹ ਐਵੇਂ ਹੀ ਉੱਠਿਆ ਜਿਵੇਂ ਮੈਂ ਸੁੱਤਾ ਉੱਠਿਆ ਹੁੰਨਾ ਹੈ ਜੀ, ਐਵੇਂ ਉੱਠਿਆ ਜੀ। ਪਰ ਉਹਨੂੰ ਆਪਣੇ ਕੀਤੇ ਕਰਮ ਦਾ ਪਤਾ ਹੈ ਕਿ ਮੇਰਾ ਪਾਪ ਸਾਰਿਆਂ 'ਚ ਪ੍ਰਗਟ ਹੋਇਆ। ਕਿਵੇਂ ਕੁੱਤਾ ਮਰਿਆ ਸੀਗਾ, ਕਿਵੇਂ ਮੈਨੂੰ ਸੂਲ ਉੱਠਿਆ ਸੀਗਾ, ਕਿਵੇਂ ਮੈਂ ਮਰ ਗਿਆ ਸਾਂ, ਉਹਨੂੰ ਇਸ ਗੱਲ ਦੀ ਸੋਝੀ ਹੈ ਜੀ। ਹਾਂਜੀ। ਹੇਰੇ ਚਾਹੂੰ ਔਰ ਬੈਠੇ ਨਰ ਪਰਵਾਰ ਕਰ। ਹੁਣ ਸਾਰੇ ਲੋਕ ਉਸੇ ਵੇਲੇ ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ ਕਰਨ ਲੱਗ ਪਏ। ਜਦੋਂ ਮਰਿਆ ਹੋਇਆ ਬ੍ਰਾਹਮਣ ਜਿੰਦਾ ਹੋ ਗਿਆ ਜੀ, ਉਹਨੇ ਵੇਖਿਆ ਸਾਰੇ ਸਿੱਖ ਪਰਿਵਾਰਾਂ ਦੇ ਪਰਿਵਾਰ ਉਹਦੇ ਆਲੇ ਦੁਆਲੇ ਬੈਠੇ ਜੀ ਸਾਰੇ। ਹਾਂਜੀ। ਸਿਮਰੀ ਖੁਟਾਈ ਨਿਜ ਲੋਚਨ ਨਿਵਾਏ ਦੀਨ। ਤੇ ਫਿਰ ਕੀ ਸੀਗਾ ਜੀ, ਜਦੋਂ ਆਪਣਾ ਖੋਟਾ ਕਰਮ ਚੇਤੇ ਕੀਤਾ ਨਾ ਬ੍ਰਾਹਮਣ ਨੇ, ਖਿਡਾਵੇ ਨੇ ਅੱਖਾਂ ਨੀਵੀਆਂ ਕਰ ਲਈਆਂ ਜੀ ਸਾਰਿਆਂ ਵਿੱਚ। ਕਿਹੜਾ ਮੂੰਹ ਤਾਂ ਕਰੇ ਸਾਧ ਸੰਗਤ ਜੀ। ਹਾਂਜੀ। ਧਾਰੀ ਉਸ ਸ਼ਰਮ ਅਧਰਮੀ ਸੋ ਗੁਰੂ ਭਨੈ। ਕਹਿਣ ਲੱਗੇ ਸ਼ਰਮ ਧਾਰੀ ਉਹਨੇ ਜੀ ਫਿਰ ਜੀ। ਅਧਰਮੀ ਇਹੋ ਜਿਹੇ ਬੰਦੇ ਦਾ ਕੀ ਧਰਮ ਹੈ ਸਾਧ ਸੰਗਤ ਜੀ, ਜਿਹੜਾ ਪੈਸੇ ਦੇ ਬਦਲੇ ਆਪਣਾ ਧਰਮ ਹੀ ਵੇਚ ਦਵੇ। ਇਹੋ ਜਿਹੇ ਬੰਦੇ ਦਾ ਕੋਈ ਧਰਮ ਹੈਗਾ ਜੀ? ਉਹ ਅਧਰਮੀ ਬੰਦਾ। ਮਹਾਰਾਜ ਗਰੀਬ ਨਵਾਜ ਉਹਨੂੰ ਕਹਿਣ ਲੱਗੇ ਕੈਸੇ ਤੂੰ ਭਰਮ ਕਹਿ ਕੋ ਕਰਮ ਕਮਾਇਓ ਹੈ। ਮਹਾਰਾਜ ਕਹਿਣ ਲੱਗੇ ਸੱਚ ਸੱਚ ਦੱਸ, ਤੈਨੂੰ ਕਿੰਨੇ ਭਰਮਾਇਆ ਸੀ? ਕਹਿਣ ਲੱਗੇ ਜਿਹੜਾ ਤੂੰ ਇੰਨਾ ਮਾੜਾ ਕਰਮ ਕੀਤਾ। ਕਹਿਣ ਲੱਗੇ ਹਾਂਜੀ। ਲੀਨ ਤਨ ਧਾਨ ਕੀਨ ਖਾਨ ਪਾਨ ਨੀਕੀ ਰੀਤ। ਮਹਾਰਾਜ ਕਹਿਣ ਲੱਗੇ ਤੂੰ ਗੁਰੂ ਘਰੋਂ ਧਨ ਲੈਂਦਾ ਰਿਹਾ, ਇੱਥੋਂ ਦਾ ਹੀ ਮਹਾਰਾਜ ਕਹਿੰਦੇ ਰਾਸ਼ਨ ਪ੍ਰਸ਼ਾਦਾ ਅੰਨ ਤੋਟ ਤੈਨੂੰ ਕਿਸੇ ਚੀਜ਼ ਨਹੀਂ ਆਉਣ ਦੀ ਦਿੱਤੀ, ਇੱਥੋਂ ਤੂੰ ਅੰਨ ਛਕਦਾ ਰਿਹਾ। ਕਹਿਣ ਲੱਗੇ ਹਾਂਜੀ। ਐਸੀ ਵਿਪਰੀਤ ਵੇਖਿਆ ਕਿਮ ਤੂੰ ਲੁਭਾਇਓ ਹੈ। ਮਹਾਰਾਜ ਕਹਿਣ ਲੱਗੇ ਤੂੰ ਇਹੋ ਜਿਹਾ ਮਾੜਾ ਕੰਮ ਕੀਤਾ ਹੀ ਕਿਉਂ? ਕਹਿਣ ਲੱਗੇ ਉਹਨੇ ਧਿਆਨ ਨੀਵਾਂ ਕੀਤਾ ਜੀ ਪਾਪੀ ਨੇ। ਹਾਂਜੀ। ਕੌਣ ਕਾਜ ਤੋਹਿ ਹੋਤ ਪਾਪ ਕੋ ਉਦੋਤ ਜਬ। ਮਹਾਰਾਜ ਕਹਿਣ ਲੱਗੇ ਇਸ ਪਾਪ ਨੂੰ ਕਰਕੇ ਤੇਰਾ ਕਿਹੜਾ ਕੰਮ ਪੂਰਾ ਹੋਣਾ ਸੀਗਾ? ਜਿਹੜਾ ਤੂੰ ਇੰਨਾ ਪਾਪ ਕੀਤਾ ਹੈ, ਕਿਹੜਾ ਤੇਰਾ ਕੰਮ ਪੂਰਾ ਹੋ ਜਾਣਾ ਸੀਗਾ? ਹਾਂਜੀ। ਕਹਿ ਦੋ ਕੁਛ ਦੀਨ ਕਿਨ ਪਾਪ ਸਿੱਖ ਲਾਇਓ ਹੈ। ਕਹਿ ਦੋ ਕੁਛ ਦੀਨ। ਮਹਾਰਾਜ ਕਹਿੰਦੇ ਜਾਂ ਫਿਰ ਦੱਸ ਤੈਨੂੰ ਕਿਸੇ ਨੇ ਮਾਇਆ ਦਿੱਤੀ ਹੈ? ਕੁਛ ਦਿੱਤਾ? ਕਿੰਨੇ ਤੈਨੂੰ ਇਹ ਪਾਪ ਕਰਨ ਬਾਰੇ ਪ੍ਰੇਰਿਆ ਸੀ ਵੀ ਸਾਡੇ ਪੁੱਤਰ ਨੂੰ ਜ਼ਹਿਰ ਛਕਾ ਦੇ? ਪਿਆਰਿਓ, ਇਹ ਗੁਰੂ ਅਰਜਨ ਸਾਹਿਬ ਨੇ ਮਰੇ ਹੋਏ ਨੂੰ ਜਿੰਦਾ ਕਰਕੇ ਪੁੱਛ ਰਹੇ ਆ, ਕੋਈ ਨਹੀਂ ਪੁੱਛਦਾ ਜੀ। ਉਸੇ ਵੇਲੇ ਗੋਲੀ ਮਾਰ ਕੇ ਖਤਮ ਕਰ ਦਿੰਦੇ ਜੀ ਇਹੋ ਜਿਹੇ ਬੰਦੇ ਨੂੰ। ਹਾਂਜੀ। ਸਾਚ ਹੀ ਬਤਾਓ ਨਹਿ ਕੀਜੀਏ ਵਲਾਓ। ਮਹਾਰਾਜ ਕਹਿਣ ਲੱਗੇ ਖਿਡਾਵੇ ਸੱਚ ਸੱਚ ਦੱਸਣਾ ਹੀ ਸਾਨੂੰ। ਕਹਿਣ ਲੱਗੇ ਵਲਾਓ ਨਾ ਕਰੀ, ਹੁਣ ਨਾ ਝੂਠ ਨਾ ਬੋਲੀ ਸਾਡੇ ਨਾਲ। ਹਾਂਜੀ। ਮੂੜ ਛੋਰੇ ਤੋਹੇ ਮਾਰਬੇ ਕੋ ਯਾਨੇ ਬਖਸ਼ਾਇਓ ਹੈ। ਮਹਾਰਾਜ ਕਹਿਣ ਲੱਗੇ ਮੂਰਖਾ, ਹੁਣ ਤੈਨੂੰ ਛੱਡ ਦਿੱਤਾ ਹੈ, ਇਹਦੇ ਤੋਂ ਵੱਧ ਕੀ ਕਰਨਾ? ਤੈਨੂੰ ਮਾਰ ਹੀ ਸਕਦਾ ਨਾ ਕੋਈ। ਸੱਚ ਸੱਚ ਦੱਸ, ਮਰੇ ਹੋਏ ਨੂੰ ਤਾਂ ਜਿੰਦਾ ਕੀਤੇ। ਕਹਿਣ ਲੱਗੇ ਹੁਣ ਹੋਰ ਦੱਸ ਤੇਰੇ ਨਾਲ ਕੀ ਕਰੀਏ? ਮੂਰਖਾ, ਖੁਦ ਗੁਰੂ ਸਾਹਿਬ ਉਹਨੂੰ ਮੂਰਖ ਕਹਿ ਰਹੇ, ਇਹਦਾ ਮਤਲਬ ਹੋਰ ਤੋਂ ਵੱਡਾ ਮੂਰਖ ਹੀ ਨਹੀਂ ਕੋਈ ਹੈਗਾ ਜੀ। ਹਾਂ। ਸੁਣ ਕੇ ਦਜਾ ਧਮ ਸਮੁਖ ਨਾ ਕਰਤ ਡੀਠ। ਹੁਣ ਉਹ ਸੁਣ ਕੇ ਬ੍ਰਾਹਮਣ ਜਿਹੜਾ ਹੈ ਉਹ ਸਾਹਮਣੇ ਥੋੜੀ ਨੇਤਰ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਹਾਂਜੀ। ਨੀਠ ਨੀਠ ਉਪਰ ਕਲੋਚਨ ਉਠਾਇਓ ਹੈ। ਪਰ ਜਦੋਂ ਮਹਾਰਾਜ ਨੇ ਕਿਹਾ ਨਾ ਤੈਨੂੰ ਛੱਡ ਦਿੱਤਾ ਹੈ, ਹੌਲੀ ਹੌਲੀ ਅੱਖਾਂ ਤਾਂ ਚੁੱਕਦਾ ਹੈ ਸਾਧ ਸੰਗਤ ਜੀ। ਹਾਂਜੀ। ਕੰਪਤ ਸਰੀਰ ਔਰ ਧੀਰਜ ਨਾ ਤਰਾਸ ਮਹਾ। ਸਾਧ ਸੰਗਤ ਜੀ ਸਰੀਰ ਉਹਦਾ ਕੰਬ ਰਿਹਾ ਹੈ, ਕੰਬ ਡਰ ਰਿਹਾ ਹੈ ਜੀ ਉਹ। ਹਾਂਜੀ। ਭਇਓ ਭੈ ਭੀਤ ਕੌਣ ਪੀਰ ਉਪਜਾਇਓ ਹੈ। ਬੜਾ ਭੈ ਭੀਤ ਹੋਇਆ ਪਿਆ, ਡਰਿਆ ਪਿਆ ਜੀ ਉਹ।
ਵੀ ਮੈਂ ਹੁਣ ਕੀ ਦੱਸਾਂ ਇਹਨਾਂ ਨੂੰ। ਹਾਂਜੀ, ਮ੍ਰਿਤਕ ਹੈ ਪਰਿਓ ਤਬ ਮ੍ਰਿਤਕਾ ਕੋ ਲਗੀ ਹੈ ਗਾਤ। ਸਾਧ ਸੰਗਤ ਜੀ, ਜਦੋਂ ਮਰਿਆ ਸੀ ਨਾ, ਧਰਤੀ ਤੇ ਡਿੱਗਾ ਸੀਗਾ ਤੇ ਉਰੋਂ ਦੀ ਮਿੱਟੀ ਉਹਦੇ ਤਨ ਨਾਲ ਲੱਗੀ ਹੋਈ ਹੈ ਜੀ। ਹਾਂਜੀ, ਮੁਖ ਮੇ ਝਗੂਰ ਸਿਸ ਪਾਗ ਪੇ ਨਗਾਏ ਹੈ। ਕਹਿਣ ਲੱਗੇ ਮੂੰਹ ਚੋਂ ਝੱਗ ਨਿਕਲ ਰਹੀ ਹੈ, ਸਿਰ ਤੋਂ ਨੰਗਾ ਹੈ ਜੀ। ਵੇਖੋ, ਗੁਰੂ ਅਰਜਨ ਸਾਹਿਬ ਜੀ ਦੇ ਬਚਨ ਦੇ ਨਾਲ ਜ਼ਹਿਰ ਦਾ ਅਸਰ ਉਹਦੇ ਸਰੀਰ ਤੇ ਹੋ ਗਿਆ ਸੀਗਾ। ਮੂੰਹ ਚੋਂ ਝੱਗ ਨਿਕਲ ਰਹੀ ਹੈ, ਸਿਰ ਤੋਂ ਨੰਗਾ ਹੈ, ਪੱਗ ਨਹੀਂ ਹੈਗੀ। ਹਾਂਜੀ, ਮਾਨੋ ਨਰਕ ਤੇ ਨਿਕਾਸ ਕੇ ਬਿਠਾਇਓ ਅਗੀ। ਸਾਰੇ ਕੱਪੜੇ ਘੱਟੇ ਮਿੱਟੀ ਨਾਲ ਭਰੇ ਹੋਏ ਐ, ਸਿਰ ਦੇ ਵਾਲ ਖਿਲਰੇ ਪਏ ਐ, ਮੂੰਹ ਚੋਂ ਝੱਗ ਨਿਕਲੀ ਪਈ ਐ, ਸਾਹਮਣੇ ਬੈਠਾ ਹੈ। ਕਹਿੰਦੇ ਇਉਂ ਲੱਗਦਾ ਜਿਵੇਂ ਨਰਕਾਂ ਚੋਂ ਕੱਢ ਕੇ ਗੁਰੂ ਅਰਜਨ ਸਾਹਿਬ ਨੇ ਪਾਪੀ ਨੂੰ ਸਾਹਮਣੇ ਬਿਠਾਇਆ ਹੋਵੇ। ਕਹਿਣ ਲੱਗੇ ਹਾਂਜੀ, ਪੀਤ ਮੁਖ ਲੋਟਬੇ ਤੇ ਭਇਓ ਬਿਲਕ ਲਾਏ ਹੈ। ਮੂੰਹ ਪੀਲਾ ਹੋਇਆ ਪਿਆ, ਵਿਆਕੁਲ ਜਿਹਾ ਹੋਇਆ ਪਿਆ। ਮਹਾਰਾਜ ਗਰੀਬ ਨਵਾਜ ਕਹਿੰਦੇ, ਦੱਸ ਤੈਨੂੰ ਕਿਹਨੇ ਕਿਹਾ ਸੀ ਸਾਡੇ ਪੁੱਤਰ ਨੂੰ ਜ਼ਹਿਰ ਦੇਣ ਬਾਰੇ। ਹਾਂਜੀ, ਸੂਲ ਤੇ ਸੰਕਟ ਦਿਓ ਸੂਲ ਜਿਉ ਚੁਬੈ ਤਨ। ਗੱਜ ਕੇ ਆਖੋ। ਕਹਿਣ ਲੱਗੇ ਉਹਨੂੰ ਸੂਲ ਨੇ ਹੀ ਬੜਾ ਦੁੱਖ ਦਿੱਤਾ, ਜਿਵੇਂ ਸੂਲ ਵਾਕੇ ਉਹਨੂੰ ਚੁੱਭਿਆ ਸੀ ਨਾ, ਉਹਦੇ ਨਾਲ ਹੀ ਉਹਦਾ ਸਰੀਰ ਜਿਹੜਾ ਖਿੱਚਿਆ ਗਿਆ ਸਾਰਾ ਜੀ। ਹਾਂਜੀ, ਪਇਓ ਅਸ ਸੂਲ ਨਾ ਬਿਲੋਕ ਜਾਏ ਪਾਤ ਕੀ। ਕਹਿਣ ਲੱਗੇ ਐਸਾ ਸੂਲ ਜਿਹੜਾ ਉਹਨੂੰ ਚੁਭਿਆ, ਮਹਾ ਪਾਪੀ ਹੁਣ ਮੁਖੋਂ ਬੋਲਣ ਲੱਗਿਆ ਵੀ ਸੰਗ ਕਰ ਰਿਹਾ ਹੈ। ਹਾਂਜੀ, ਬੋਲੇ ਹੱਥ ਜੋਰ ਕਰ ਚੋਰ ਸਮੈ ਘੋਰ ਅਗੀ। ਮਹਾਰਾਜ ਕਹਿਣ ਲੱਗੇ ਤੂੰ ਦੱਸਦਾ ਨਹੀਂ ਹੈ। ਤੇ ਚੋਰ ਫਿਰ ਹੱਥ ਜੋੜ ਕੇ ਨਾ ਮਹਾ ਪਾਪੀ ਗੁਰੂ ਸਾਹਿਬ ਨੂੰ ਦੱਸਣ ਲੱਗਾ ਜੀ। ਹਾਂਜੀ, ਛੋਰ ਤੇ ਬਿਤਾਵੋ ਬਾਤ ਭਈ ਜਿਮ ਘਾਤ ਕੀ। ਗੱਜ ਕੇ ਆਖੋ। ਕਹਿਣ ਲੱਗਾ ਮਹਾਰਾਜ ਸ਼ੋਰ ਤੇ ਬਤਾਵੋ। ਕਹਿੰਦਾ ਸ਼ੁਰੂ ਤੋਂ ਗੱਲ ਦੱਸਦਾ ਮਹਾਰਾਜ, ਜਿਵੇਂ ਮੈਨੂੰ ਪਾਪ ਕਰਨ ਲਈ ਮਜਬੂਰ ਕੀਤਾ ਗਿਆ। ਹਾਂਜੀ, ਪ੍ਰਿਥੀਏ ਬੁਲਾਇਓ ਮੋਹ ਬੋਲ ਕੇ ਲੁਭਾਇਓ ਧਰੋਹ। ਜਦੋਂ ਸਾਰਿਆਂ ਦੇ ਵਿੱਚ ਉਹਨੇ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾ ਦਾ ਨਾਮ ਲਿਆ ਨਾ, ਇੱਕ ਵਾਰੀ ਸਾਰੇ ਹੈਰਾਨ ਹੋ ਗਏ ਜੀ। ਕਹਿਣ ਲੱਗਾ ਮਹਾਰਾਜ ਫਿਰ ਸੁਣ ਲਓ, ਆਪ ਜੀ ਦੇ ਹੀ ਵੱਡੇ ਭਰਾ ਬਾਬੇ ਪ੍ਰਿਥੀਏ ਨੇ ਮੈਨੂੰ ਸੱਦਿਆ ਸੀਗਾ। ਕਹਿਣ ਲੱਗੇ ਹਾਂਜੀ, ਠਾਨੈ ਬਹੁ ਦਰੋਹ ਕਰੋਹ ਮਹਾ ਉਤਪਾਤ ਕੀ। ਠਾਨੈ ਬਹੁ ਦਰੋਹ ਕਰੋਹ ਮਹਾ ਉਤਪਾਤ ਕੀ। ਮਹਾਰਾਜ ਉਹਨੇ ਮੈਨੂੰ ਬੜੀਆਂ ਤਾਰੀਫਾਂ ਕੀਤੀਆਂ, ਮੇਰਾ ਬੜਾ ਜਸ ਕੀਤਾ। ਤੇ ਮਹਾਰਾਜ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ, ਪ੍ਰਿਥੀਆ ਉੱਤੋਂ ਹੀ ਤੁਹਾਡੇ ਨਾਲ ਬੁਲਾਉਂਦਾ, ਅੰਦਰੋਂ ਤੁਹਾਡੇ ਨਾਲ ਕਪਟ ਹੀ ਰੱਖਦਾ ਹੈ। ਮਨ ਵਿੱਚ ਮਹਾਰਾਜ ਉਹਦੇ ਕਪਟ ਹੀ ਹੈਗਾ ਹੈ। ਹਾਂਜੀ, ਮੇਰੋ ਸਨਮਾਨ ਕਰ ਮਧੁਨ ਬਖਾਨ ਕਰ। ਮਹਾਰਾਜ ਉਹਨੇ ਕੱਲ ਰਾਤ ਮੈਨੂੰ ਸੱਦਿਆ ਸੀਗਾ, ਮੇਰਾ ਬੜਾ ਸਨਮਾਨ ਕੀਤਾ, ਮੈਨੂੰ ਮਿੱਠੇ ਮਿੱਠੇ ਬੋਲ ਬੋਲੇ ਉਹਨੇ। ਹਾਂਜੀ, ਸੀਸ਼ਿਆ ਛੋ ਮਹਾਨ ਕਰ ਵਾਰਤਾ ਸੋ ਰਾਤ ਕੀ। ਬੜੀ ਉਹਨੇ ਮਹਾਰਾਜ ਸਿੱਖਿਆ ਦਿੱਤੀ। ਕੱਲ ਰਾਤ ਦੀ ਗੱਲ ਹੈ ਸੱਚੇ ਪਾਤਸ਼ਾਹ। ਹਾਂਜੀ, ਪੰਜ ਸੈ ਰਜਤ ਪਨ ਦੇਵੋ ਇੱਕ ਬਾਰ ਗਿਨ। ਮਹਾਰਾਜ ਉਹਨੇ ਮੈਨੂੰ ਕਿਹਾ ਸੀ ਤੈਨੂੰ 500 ਚਾਂਦੀ ਦੇ ਸਿੱਕੇ ਦਿਆਂਗਾ ਗਿਣ ਕੇ। ਹਾਂਜੀ, ਫੇਰ ਸੁਧ ਲਿਓ ਤੇਰੀ ਸਦਾ ਗੁਜਰਾਨ ਕੀ। ਫਿਰ ਤੇਰੀ ਸਦਾ ਗੁਜਰਾਨ ਦੀ ਵੀ ਸੁਧ ਲਵਾਂਗਾ। ਹਾਂਜੀ, ਭਾਰੀ ਤਬ ਪ੍ਰੇਰ ਮੋਹਿ ਮਾਨ ਲਾਨ ਧਨੀ ਤੈਨ। ਤੇ ਗਰੀਬ ਨਵਾਜ ਮਹਾਰਾਜ ਮੈਨੂੰ ਭਾਵੀ ਨੇ ਪ੍ਰੇਰ ਲਿਆ, ਮੇਰੇ ਮਾੜੇ ਕਰਮ ਅੱਗੇ ਆ ਗਏ। ਮਹਾਰਾਜ ਮੈਂ ਤੁਹਾਡੇ ਭਰਾ ਦੀ ਗੱਲ ਮੰਨ ਲਈ। ਮਹਾਰਾਜ ਕਰਮ ਮਾੜੇ ਉਹਦੇ ਹੋਣ ਨਾ, ਸਾਧ ਸੰਗਤ ਜੀ, ਬੰਦਾ ਮਾੜੇ ਬੰਦਿਆਂ ਦੀ ਗੱਲ ਮੰਨਣ ਲੱਗ ਪੈਂਦਾ ਹੈ। ਕਥਾ ਸੁਣਦਿਆਂ ਸੁਣਦਿਆਂ ਅਰਦਾਸਾਂ ਹੀ ਕਰੀ ਚੱਲੋ, ਮਹਾਰਾਜ ਸਾਡੇ ਤੇ ਕਿਰਪਾ ਰੱਖਿਓ। ਹਾਂਜੀ, ਸੰਖੀਆ ਮੰਗਾਏ ਕਰ ਦੀਜ ਨਿਜ ਪਾਨ ਕੀ। ਤੇ ਫਿਰ ਮਹਾਰਾਜ ਉਹਨੇ ਮੈਨੂੰ ਸੰਖੀਆ ਦਿੱਤਾ। ਸੰਖੀਆ, ਪੁਰਾਣੇ ਬਜ਼ੁਰਗਾਂ ਨੂੰ ਪਤਾ ਸੰਖੀਆ ਕੀ ਹੁੰਦਾ ਹੈ ਜੀ। ਮਹਾਰਾਜ ਮੈਨੂੰ ਉਹ ਦਿੱਤਾ ਇਹਨੇ। ਹਾਂਜੀ, ਲਾਇਓ ਮੈਂ ਰਗਰ ਪੂਰੀ ਬਾਦ ਕਰ ਧਰੀ ਸਿਰ। ਮਹਾਰਾਜ ਉਹ ਮੈਂ ਰਾਤ ਰਾਤ ਰਗੜਿਆ, ਉਹਦੀ ਪੁੜੀ ਬੰਨ ਕੇ ਆਪਣੇ ਸਿਰ 'ਚ ਰੱਖ ਲਈ। ਹਾਂਜੀ,
ਭੋਰ ਹੋਤ ਦਦ ਮੈਂ ਮਿਲਾਈ ਹੇਥ ਖਾਨ ਕੀ। ਤੇ ਮਹਾਰਾਜ ਦਿਨ ਚੜ੍ਹਦਿਆਂ ਹੀ ਮੈਂ ਉਹ ਫਿਰ ਦਹੀਂ ਵਿੱਚ ਮਿਲਾ ਦਿੱਤਾ ਸੰਖੀਆ, ਨਿਰਾ ਹੀ ਜ਼ਹਿਰ। ਹਾਂਜੀ। ਮਤ ਮੇਰੀ ਹਾਨ ਕੀ ਦ੍ਰਿੜਾਈ ਪਾਨ ਠਾਨ ਕੀ। ਮਹਾਰਾਜ ਮੇਰੀ ਮਤ ਨਾਸ ਹੋ ਗਈ ਸੀ। ਸੰਗਤ ਜੀ, ਮਤ ਖਰਾਬ ਹੋਵੇ ਤੇ ਇਹੋ ਜਿਹਾ ਬੰਦਾ ਕੰਮ ਕਰਦਾ ਤੇ ਆਖੋ ਵਾਹਿਗੁਰੂ। ਇਸੇ ਕਰਕੇ ਬੰਦਾ ਅਰਦਾਸ ਕਰਦਾ ਰਵੇ, ਮਹਾਰਾਜ ਮਤ ਸੁਮਤ ਤੇਰਾ ਵਸ ਸੁਆਮੀ, ਮਹਾਰਾਜ ਕਿਰਪਾ ਕਰੋ ਤੇ ਸਾਡੀ ਮਤ ਵਧੀਆ ਬਣੀ ਰਵੇ ਮਹਾਰਾਜ। ਫਿਰ ਆਖੋ ਵਾਹਿਗੁਰੂ। ਮਹਾਰਾਜ ਸਾਡੀ ਮਤ ਵਧੀਆ ਬਣੀ ਰਵੇ। ਕਹਿੰਦਾ ਮਹਾਰਾਜ ਮੇਰੀ ਮਤ ਮਰ ਗਈ ਸੱਚੇ ਪਾਤਸ਼ਾਹ। ਹਾਂਜੀ। ਭਰਮਾਈਓ ਅਜਾਨ ਕੀ ਨ ਕੀਨ ਬਾਤ ਸਿਆਨ ਕੀ। ਮਹਾਰਾਜ ਮੈਂ ਮੂਰਖ ਭਰਮ ਗਿਆ ਉਹਦੀਆਂ ਗੱਲਾਂ 'ਚ। ਸਿਆਣੀ ਗੱਲ ਹੀ ਨਹੀਂ ਕੀਤੀ, ਵਿਚਾਰ ਹੀ ਨਹੀਂ ਕੀਤੀ ਵੀ ਮੈਂ ਤੁਹਾਡੇ ਘਰ ਦਾ ਨੌਕਰ ਹਾਂ ਤੇ ਤੁਹਾਡੇ ਉੱਤੇ ਹੀ ਇਹੋ ਜਿਹਾ ਕੰਮ ਕਰਨ ਲੱਗਾ। ਹਾਂਜੀ। ਸ੍ਰੀ ਹਰਿ ਗੋਬਿੰਦ ਕਰਾ ਮਾਤ ਮੈਂ ਬਿਲੰਦ ਜਾਨ। ਪਰ ਮਹਾਰਾਜ ਇੱਕ ਗੱਲ ਪੱਕੀ ਹੈ, ਤੁਹਾਡਾ ਪੁੱਤਰ ਸਧਾਰਨ ਨਹੀਂ ਹੈਗਾ। ਕਹਿਣ ਲੱਗਾ ਬੜਾ ਕਰਾਮਾਤੀ ਹੈ ਪੁੱਤਰ ਮਹਾਰਾਜ ਆਪ ਜੀ ਦਾ। ਹਾਂਜੀ। ਪਾਨ ਤੇ ਹਟਾਏ ਨਹੀਂ ਪਾਨ ਕਰੀ ਤਿਆਗ ਦੀਨ। ਮੈਂ ਬੜਾ ਇਹਨਾਂ ਨੂੰ ਝਿੜਕਾਂ ਮਾਰੀਆਂ ਪਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਪੀਤਾ ਨਹੀਂ ਦਹੀਂ। ਮਹਾਰਾਜ ਦਹੀਂ ਮੁੱਖ ਨੂੰ ਹੀ ਨਹੀਂ ਲਾਇਆ ਮਹਾਰਾਜ। ਹਾਂਜੀ। ਦੇਨ ਬਿਖ ਕਾਰਨ ਉਚਾਰਨ ਕਰਿਓ ਹੈ ਸਭ। ਹਾਂਜੀ। ਆਪ ਕੋ ਕਿਰਪਾਲ ਛੀਮਾ ਛੇਤ ਕੇ ਸਮਾਨ ਕੀ। ਹੁਣ ਮਹਾਰਾਜ ਤੁਸੀਂ ਕਿਰਪਾਲੂ ਹੋ, ਕਿਰਪਾ ਕਰੋ। ਮੈਂ ਤੇ ਇਹਨਾਂ ਨੂੰ ਬੜਾ ਕਿਹਾ ਦਹੀਂ ਖਾਓ, ਇਹਨਾਂ ਨਹੀਂ ਖਾਧਾ। ਪਰ ਮੈਂ ਹੁਣ ਤੁਹਾਨੂੰ ਵੀ ਬੜਾ ਕਹਿਣਾ, ਮੈਨੂੰ ਮਾਫ਼ ਕਰ ਦਿਓ ਮਹਾਰਾਜ, ਤੁਸੀਂ ਮਾਫ਼ ਕਰ ਦਿਓ ਮੈਨੂੰ ਮਹਾਰਾਜ। ਮੇਰੇ ਕੋ ਭੁੱਲ ਹੋ ਗਈ ਸੱਚੇ ਪਾਤਸ਼ਾਹ। ਹਾਂਜੀ। ਲੋਭ ਕੀ ਲਹਿਰ ਨੇ ਕਹਿਰ ਉਪਜਾਇਓ ਔਰ। ਸੱਚੇ ਪਾਤਸ਼ਾਹ ਲੋਭ ਦੀ ਲਹਿਰ ਨੇ ਮੇਰੇ ਕੋਲੋਂ ਇਹ ਕਹਿਰ ਕਰਾਇਆ। ਲਾਲਚ ਸੰਗਤ ਜੀ ਬੰਦੇ ਨੂੰ ਬੜਾ ਕੁਝ ਕਰਾ ਦਿੰਦਾ ਹੈ। ਇਸੇ ਕਰਕੇ ਮਹਾਰਾਜ ਨੇ ਅਰਦਾਸ ਬਾਣੀ ਵਿੱਚ ਅਰਦਾਸ ਕਰਨ ਦਾ ਤਰੀਕਾ ਦੱਸਿਆ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮਹਾਰਾਜ ਕਿਰਪਾ ਕਰਕੇ ਸਾਨੂੰ ਡੋਲਣ ਤੋਂ ਬਚਾਇਓ। ਹਾਂਜੀ। ਪਤਤ ਉਦਾਹਰਨ ਕੋ ਰਾਵਰ ਬਿਰਦ ਕੀਨ। ਸੱਚੇ ਪਾਤਸ਼ਾਹ ਤੁਹਾਡਾ ਤੇ ਬਿਰਧ ਹੈ, ਸੁਭਾਅ ਹੈ, ਤੁਸੀਂ ਮਹਾਰਾਜ ਬਖਸ਼ ਦਿੰਦੇ ਹੋ। ਇੱਕ ਵਾਰੀ ਮਰੇ ਨੂੰ ਜਿੰਦਾ ਕੀਤਾ ਜੀ, ਇਹਨੂੰ ਬ੍ਰਾਹਮਣ ਨੂੰ ਜੀ, ਫਿਰ ਵੀ ਇਹ ਕਹਿ ਰਿਹਾ ਮਹਾਰਾਜ ਮੈਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਹਾਂਜੀ। ਬਖਸ਼ਿਓ ਖਤਾ ਕੋ ਕਹੋ ਸਾਚ ਮੈਂ ਪਤਾ ਕੋ ਅਬ। ਤੁਸੀਂ ਕਿਹਾ ਸੀ ਸੱਚ ਸੱਚ ਦੱਸ, ਮਹਾਰਾਜ ਮੈਂ ਸੱਚ ਸੱਚ ਦੱਸ ਦਿੱਤਾ ਹੈ, ਹੁਣ ਬਖਸ਼ਣਾ ਤੁਹਾਡਾ ਕੰਮ ਹੈ ਮਹਾਰਾਜ। ਹਾਂਜੀ। ਕਰੋ ਨਾ ਭਰੋਸ ਵਾਂਕੋ ਪਾਪ ਮੈਂ ਪਰਬੀਨ ਪੀਨ। ਅੱਗੇ ਤੋਂ ਮਹਾਰਾਜ ਮੈਂ ਇਹੋ ਜਿਹਾ ਪਾਪ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਨਹੀਂ ਅੱਗੇ ਤੋਂ ਕਿਸੇ ਦੇ ਉੱਤੇ ਭਰੋਸਾ ਕਰਕੇ ਉਹਦੀਆਂ ਗੱਲਾਂ ਵਿੱਚ ਆਵਾਂਗਾ। ਮਹਾਰਾਜ ਮੇਰੇ ਕੋਲ ਭੁੱਲ ਹੋ ਗਈ ਹੈ ਸੱਚੇ ਪਾਤਸ਼ਾਹ। ਮਹਾਰਾਜ ਨੇ ਤੈਨੂੰ ਪਹਿਲਾਂ ਕਿਹਾ ਸੀ ਵੀ ਹੁਣ ਨਹੀਂ ਤੈਨੂੰ ਮਾਰਦੇ। ਇਹਨੂੰ ਇਹ ਹੈ ਵੀ ਸੱਚ ਸੁਣ ਕੇ ਮੈਨੂੰ ਫੇਰ ਹੀ ਨਾ ਮਾਰ ਦੇਣ, ਫੇਰ ਹੀ ਨਾ ਕਹਿਣ ਵੀ ਚੱਲ ਸੌਂ ਜਾ ਤੇ ਮੈਂ ਲੰਮੇ ਪੈ ਕੇ ਮਰ ਜਾਣਾ। ਹਾਂਜੀ। ਸਵਈਆ ਸ੍ਰੀ ਗੁਰੂ ਨੇ ਸੁਨ ਸਾਚ ਭਨਿਓ ਜਬ ਹੋਏ ਕਿਰਪਾਲ ਬਖਾਨਤ ਬੈਨਾ। ਜਦੋਂ ਮਹਾਰਾਜ ਨੇ ਸੁਣਿਆ ਵੀ ਇਹਨੇ ਸੱਚ ਸੱਚ ਦੱਸਿਆ ਤੇ ਸਾਰੀ ਸੰਗਤ ਹੈਰਾਨ ਵੀ ਬਾਬਾ ਪ੍ਰਿਥੀਆ ਆਪਣੇ ਪੁੱਤਰ ਨਾਲ ਇਸ ਤਰ੍ਹਾਂ ਵੀ ਕਰ ਸਕਦਾ। ਹਰਗੋਬਿੰਦ ਸਾਹਿਬ ਉਹਦੇ ਪੁੱਤਰਾਂ ਵਰਗੇ ਹੀ ਨੇ ਨਾ। ਸਾਰੀ ਸੰਗਤ ਹੈਰਾਨ ਹੈ ਤੇ ਮਹਾਰਾਜ ਦਇਆ ਦੇ ਘਰ ਚ ਆਏ ਸੱਚੇ ਪਾਤਸ਼ਾਹ। ਹਾਂਜੀ। ਕੀਨ ਖਤਾ ਜਿਨ ਕੀ ਤੁਜਨੇ ਤਿਨ ਆਗੇ ਬਿਨੈ ਕਰ ਹੋਇ ਮਨ ਦੈਨਾ। ਸੱਚੇ ਪਾਤਸ਼ਾਹ ਖਿਡਾਵੇ ਨੂੰ ਕਹਿਣ ਲੱਗੇ, ਖਿਡਾਵੇ ਜਿਨ੍ਹਾਂ ਦੇ ਨਾਲ ਤੂੰ ਧੋਖਾ ਕੀਤਾ, ਛਲ ਕਰ ਰਿਹਾ ਨਾ, ਉਹਨਾਂ ਅੱਗੇ ਨੀਵੇਂ ਹੋ ਕੇ ਮਾਫੀ ਮੰਗ। ਕਹਿਣ ਲੱਗੇ ਭਾਵ ਹਰਗੋਬਿੰਦ ਸਾਹਿਬ ਅੱਗੇ ਜਾ ਕੇ ਮਾਫੀ ਮੰਗ। ਹਾਂਜੀ। ਸੋ ਬਖਸ਼ੈ ਸ਼ਰਨੀ ਪਰੀਏ ਅਪਰਾਧ ਅਸਮਾਦ ਤੇ ਜਿਨ ਭੈ ਨਾ। ਕਹਿਣ ਲੱਗੇ ਸੋ ਬਖਸ਼ੈ ਸ਼ਰਨੀ ਪਰੀਏ, ਉਹਨਾਂ ਦੀ ਸ਼ਰਨ ਪੈ ਤੈਨੂੰ ਬਖਸ਼ਣਗੇ। ਅਪਰਾਧ ਅਸਾਧਨ ਤੇ ਜਿਨ ਭੈ ਨਾ, ਉਹਨਾਂ ਨੂੰ ਨਹੀਂ ਕਿਸੇ ਤੋਂ ਡਰ ਲੱਗਦਾ। ਕਹਿਣ ਲੱਗੇ ਉਹਨਾਂ ਦੇ ਚਰਨਾਂ 'ਚ ਜਾ।
ਹਾਂਜੀ मात की गोद में बैठे बेराजत ਹਾਂਜੀ। जाही के नाम ते होया सुख चैना। ਮਹਾਰਾਜ ਕਹਿਣ ਲੱਗੇ ਆਪਣੀ ਮਾਤਾ ਦੀ ਗੋਦ 'ਚ ਬੈਠੇ ਆ, ਉਹਨਾਂ ਕੋਲ ਜਾ ਕੇ ਮਾਫੀ ਮੰਗ, ਉਹ ਤੈਨੂੰ ਸੁੱਖ ਚੈਨ ਬਖਸ਼ਣਗੇ। ਹਾਂਜੀ श्री हर गोबिंद की दिश होवे दिज बेनती वाक कहे समुदाई। ਤੇ ਸਾਧ ਸੰਗਤ ਜੀ, ਉਹ ਬ੍ਰਾਹਮਣ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਹਰਗੋਬਿੰਦ ਸਾਹਿਬ ਵਾਲੇ ਪਾਸੇ ਗਿਆ ਜੀ। ਹਾਂਜੀ सेवक मैं सब सेव करो तुम देवन देव सब जग राई। ਤੇ ਮਹਾਰਾਜ ਨੂੰ ਪਤਾ ਕੀ ਕਹਿਣ ਲੱਗਾ? ਹੱਥ ਫੜ ਫੜ ਕੇ ਬੜਾ ਇਹਨੇ ਡਰਾਇਆ ਸੀ ਤੇ ਧੱਕੇ ਨਾਲ ਜ਼ਹਿਰ ਮੂੰਹ ਚ ਪਾ ਰਿਹਾ ਸੀਗਾ ਜੀ। ਕਹਿਣ ਲੱਗਾ, ਮਹਾਰਾਜ ਜੋ ਮਰਜ਼ੀ ਹੈਗੇ ਤੇ ਤੁਹਾਡਾ ਸੇਵਾਦਾਰ ਹੀ ਹੈ ਨਾ। ਦਿਨ ਰਾਤ ਖਡਾਉਂਦਾ ਰਹਿੰਦਾ ਸੀ ਨਾ ਛੇਵੇਂ ਪਾਤਸ਼ਾਹ ਨੂੰ, ਪੈਸੇ ਮਿਲਦੇ ਸੀ ਇਹਨੂੰ। ਕਹਿੰਦਾ ਹੈ ਤੇ ਸੇਵਾਦਾਰ ਹੀ ਹੈ ਨਾ ਤੁਹਾਡਾ, ਤੇ ਕਿਰਪਾ ਕਰੋ, ਤੁਸੀਂ ਤੇ ਦੇਵਤਿਆਂ ਤੋਂ ਵੀ ਵੱਡੇ ਜੇ, ਅਸੀਂ ਦੇਵਤਿਆਂ ਨੂੰ ਮੰਨਣ ਵਾਲੇ, ਤੁਸੀਂ ਦੇਵਤਿਆਂ ਤੋਂ ਵੀ ਵੱਡੇ ਹੋ। ਹਾਂਜੀ मैं मतहीन कर अपराध ਮੈਂ ਮਤਹੀਣ ਹੋ ਕੇ ਅਪਰਾਧ ਕੀਤਾ, ਤੁਹਾਨੂੰ ਮਾਰਨ ਦਾ ਯਤਨ ਕੀਤਾ। ਹਾਂਜੀ क्षमो प्रभु आप परयो सरनाई। ਕਹਿਣ ਲੱਗੇ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਹੈਗਾ, ਮੈਨੂੰ ਬਖਸ਼ ਲਓ। ਕਹਿਣ ਲੱਗਾ ਹਾਂਜੀ जो कह के पग पंकज ऊपर ਹਾਂਜੀ शीस धर्यो पर कै अगवाई। ਇਹ ਕਹਿ ਕੇ ਉਹਨੇ ਹਰਗੋਬਿੰਦ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਮਾਤਾ ਜੀ ਦੀ ਗੋਦ 'ਚ ਬੈਠੇ ਨੇ ਤੇ ਬ੍ਰਾਹਮਣ ਨੇ ਉਹਨਾਂ ਦੇ ਚਰਨਾਂ 'ਚ ਸਿਰ ਰੱਖ ਦਿੱਤਾ ਜੀ। ਹਾਂਜੀ संपत श्री पित को चित जान ਹਾਂਜੀ। दया निध बान तब हो आई। ਤੇ ਅੱਗੋਂ ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਮਨ ਦੀ ਗੱਲ ਨੂੰ ਜਾਣਦੇ ਐ ਵੀ ਗੁਰੂ ਅਰਜਨ ਸਾਹਿਬ ਇਹਨੂੰ ਬਖਸ਼ਣਾ ਚਾਹੁੰਦੇ ਐ। ਕਿਉਂ? ਇਹਨੇ ਸੱਚ ਸੱਚ ਸਾਰੀ ਗੱਲ ਦੱਸ ਦਿੱਤੀ। ਪਿਆਰਿਓ ਚੇਤਾ ਰੱਖਿਓ, ਅਪਰਾਧ ਕੀਤਾ ਹੋਵੇ ਬੜਾ ਵੱਡਾ, ਦੁਨੀਆ ਦੀ ਅਦਾਲਤ ਵਿੱਚ ਜਾ ਕੇ ਬੰਦਾ ਕਵੇ ਮੈਂ ਅਪਰਾਧ ਕੀਤਾ, ਜੱਜ ਉਹਨੂੰ ਸਜ਼ਾ ਦੇਗਾ। ਦੁਨੀਆ ਦੀ ਅਦਾਲਤ ਵਿੱਚ ਮਾਫ ਕਰਨ ਵਾਲਾ ਕਾਨੂੰਨ ਨਹੀਂ ਹੈਗਾ ਜੀ, ਉਹ ਮਾਫ ਨਹੀਂ ਕਰ ਸਕਦਾ। ਅਗਲਾ ਮੰਨ ਗਿਆ ਵੀ ਮੈਂ ਇਹ ਕੰਮ ਕੀਤਾ ਹੈ ਜੀ, ਪਰ ਗੁਰੂ ਦੀ ਅਦਾਲਤ ਕੈਸੀ ਹੈ? ਇੱਥੇ ਬੰਦਾ ਹੱਥ ਜੋੜ ਕੇ ਕਹਿ ਦੇ ਮਹਾਰਾਜ ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ, ਮੈਂ ਇਹ ਅਪਰਾਧ ਕੀਤਾ, ਗੁਰੂ ਸਾਹਿਬ ਸਜ਼ਾ ਨਹੀਂ ਦਿੰਦੇ, ਗੁਰੂ ਜੀ ਬਖਸ਼ ਲੈਂਦੇ ਨੇ ਜੀ। ਦੁਨਿਆਵੀ ਅਦਾਲਤ ਵਿੱਚ ਤੇ ਗੁਰੂ ਦੀ ਅਦਾਲਤ 'ਚ ਬੜਾ ਫਰਕ ਹੈ ਜੀ। ਹਰਗੋਬਿੰਦ ਸਾਹਿਬ ਨੂੰ ਪਤਾ ਲੱਗ ਗਿਆ ਵੀ ਸਾਡੇ ਪਿਤਾ ਜੀ ਨੂੰ ਬਖਸ਼ਣਾ ਚਾਹੁੰਦੇ ਆ। ਹਾਂਜੀ कीर महा अपराध जिने बख्शो बेनती सुन कै सहसाई। ਵੀ ਹੁਣ ਇਹਨੂੰ ਮੈਂ ਵੀ ਬਖਸ਼ ਦਿਆਂ। ਫਿਰ ਕਹਿਣ ਲੱਗੇ, ਫੁਰਨਾ ਬਣਾਇਆ ਉਹਨਾਂ ਨੇ। ਹਾਂਜੀ नाथ के हाथ पसारता है ਹਾਂਜੀ तेह माथ तर दुत साथ सुहाई। ਕਹਿੰਦੇ ਫਿਰ ਨਾਥ ਨੇ ਹੱਥ ਪਸਾਰ ਤਬੈ, ਉਸੇ ਵੇਲੇ ਹਰਗੋਬਿੰਦ ਜੀ ਨੇ ਮਾਤਾ ਜੀ ਦੀ ਗੋਦ ਵਿੱਚੋਂ ਆਪਣਾ ਹੱਥ ਬਾਹਰ ਕੱਢਿਆ, ਬ੍ਰਾਹਮਣ ਦੇ ਸਿਰ ਤੇ ਹੱਥ ਰੱਖ ਦਿੱਤਾ ਜੀ, ਬਖਸ਼ ਲਿਆ ਜੀ। ਕਿੰਨੀ ਵੱਡੀ ਉਹਦੀ ਵੱਡੀ ਭੁੱਲ ਸੀਗੀ ਜੀ। ਬਖਸ਼ਣ ਲੱਗਿਆ ਖਿੰਨ ਨਹੀਂ ਲਾਇਆ ਜੀ। ਕਿਉਂ ਨਹੀਂ ਖਿੰਨ ਲਾਇਆ? ਕਿਉਂਕਿ ਉਹਨੇ ਸੱਚ ਸੱਚ ਬੋਲ ਕੇ ਦੱਸ ਦਿੱਤਾ, ਮਹਾਰਾਜ ਮੇਰੇ ਕੋਲ ਇਹ ਗਲਤੀ ਹੋਈ ਹੈ, ਮਹਾਰਾਜ ਮੈਂ ਲੋਭ ਦਾ ਪ੍ਰੇਰਿਆ ਗਿਆ ਸਾਂ। ਸਿਰ ਤੇ ਹੱਥ ਰੱਖਤਾ। ਵੇਖ ਲਓ ਉਮਰ ਹੀ ਛੋਟੀ ਹੈ ਨਾ, ਕਮੀ ਤਾਂ ਨਹੀਂ ਨਾ ਕਿਸੇ ਗੱਲ ਦੀ ਹੈਗੀ ਜੀ। ਸਿਰ ਤੇ ਹੱਥ ਰੱਖ ਕੇ ਉਹਨੂੰ ਬਖਸ਼ ਦਿੱਤਾ ਜੀ। ਹਾਂਜੀ एक गरीब निवाज गुरु बिन ਹਾਂਜੀ आन के बीच कहाँ बड़याई। ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਗਰੀਬ ਨਵਾਜ ਸਤਿਗੁਰੂ ਜੀ ਤੋਂ ਸਿਵਾ ਹੋਰ ਕਿਹਦੇ ਵਿੱਚ ਇਹ ਵਡਿਆਈ ਹੈਗੀ? ਕਹਿਣ ਲੱਗੇ ਹੋਰ ਨਹੀਂ ਤੇ ਕੋਈ ਬਖਸ਼ਦਾ। ਮੈਂ ਅੱਗੇ ਬੇਨਤੀ ਕੀਤੀ, ਦੁਨੀਆ ਦੀ ਅਦਾਲਤ ਵਿੱਚ ਬੰਦਾ ਜਾ ਕੇ ਕਵੇ ਮੇਰੇ ਕੋਲੋਂ ਭੁੱਲ ਹੋ ਗਈ ਹੈ, ਮੈਂ ਇਹ ਅਪਰਾਧ ਕੀਤਾ, ਮੈਂ ਕਤਲ ਕੀਤਾ, ਉਹਨੂੰ ਸਜ਼ਾ ਮਿਲੇਗੀ ਮਿਲੇਗੀ ਜੀ। ਪਰ ਗੁਰੂ ਦੀ ਸੱਚੀ ਅਦਾਲਤ ਵਿੱਚ ਬੰਦਾ ਆ ਕੇ ਕਵੇ ਮੈਂ ਇਹ ਅਪਰਾਧ ਕੀਤਾ, ਗੁਰੂ ਸਜ਼ਾ ਨਹੀਂ ਦਿੰਦੇ, ਗੁਰੂ ਮਾਫ ਕਰਦੇ ਆ।
ਜੇ ਗੁਰੂ ਵੀ ਸਜਾ ਦੇ ਫਿਰ ਗੁਰੂ ਨੂੰ ਗੁਰੂ ਕੌਣ ਆਖੇਗਾ ਜੀ? ਜੇ ਗੁਰੂ ਸਾਹਿਬ ਵੀ ਆਖਣ ਵੀ ਅਸੀਂ ਹੁਣ ਤੈਨੂੰ ਸਜਾ ਦੇਣੀ ਹੈ, ਇੱਕ ਗੱਲ ਚੇਤਾ ਰੱਖਿਓ, ਗੁਰੂ ਸਾਹਿਬ ਕਦੀ ਕਿਸੇ ਦਾ ਹਿਰਦਾ ਨਹੀਂ ਤੇ ਤੋੜਦੇ, ਕਿਸੇ ਦਾ ਮਨ ਨਹੀਂ ਤੋੜਦੇ ਜੀ। ਇੱਕ ਕਵੀ ਇੱਕ ਗੱਲ ਲਿਖਦਾ, ਉਹ ਕਹਿੰਦਾ ਤੂੰ ਮੰਦਿਰ ਢਾਹ ਦੇ, ਬੁੱਲੇ ਸ਼ਾਹ ਲਿਖਦਾ, ਕਹਿੰਦਾ ਮੰਦਿਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਛ ਢਿੰਦਾ, ਮੰਦਿਰ ਵੀ ਢਾਹ ਦੇ, ਮਸਜਿਦ ਵੀ ਢਾਹ ਦੇ, ਜੋ ਤੂੰ ਢਾਹ ਸਕਦਾ ਢਾਹ ਦੇ, ਇੱਕ ਕਿਸੇ ਦਾ ਦਿਲ ਨਾ ਢਾਈ, ਮੇਰਾ ਰੱਬ ਦਿਲਾਂ ਵਿੱਚ ਰਹਿੰਦਾ ਹੈ। ਕਿਸੇ ਦਾ ਮਨ ਨਾ ਢਾਈ, ਕਹਿਣ ਲੱਗੇ ਮਨ ਨਾ ਤੋੜੀ ਕਿਸੇ ਦਾ, ਕਿਉਂ? ਰੱਬ ਮਨਾਂ ਵਿੱਚ ਰਹਿੰਦਾ ਹੈ। ਕਿੱਥੇ ਰਹਿੰਦਾ ਹੈ? ਮਨਾਂ ਵਿੱਚ। ਕਿਤੇ ਨਾ ਕਿਤੇ ਇਸ ਬ੍ਰਾਹਮਣ ਦੇ ਮਨ ਵਿੱਚ ਵੀ ਰੱਬ ਰਹਿੰਦਾ ਹੀ ਹੈ ਨਾ, ਜਿਹੜਾ ਮਾਫੀ ਮੰਗ ਰਿਹਾ ਹੈ। ਤੇ ਬਾਬਾ ਫਰੀਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਕਹਿ ਰਹੇ ਆ ਰੱਬ ਨੂੰ ਜੇ ਪਾਉਣਾ ਹੈ, ਰੱਬ ਨੂੰ ਪਾਉਣ ਦੀ ਜੇ ਚਾਹਤ ਹੈ ਤੇ ਬੰਦਿਆ ਕਿਸੇ ਦਾ ਮਨ ਨਾ ਦੁਖੀ ਕਰੀ। ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਵੀ ਮਨ ਨਾ ਦੁਖਾਈ, ਕਹਿਣ ਲੱਗੇ। ਚਲੋ ਭੁੱਲ ਵਿੱਚ ਜੇ ਦੁਖਾਇਆ ਗਿਆ ਮਨ, ਤੇ ਬੰਦਾ ਅੱਗੇ ਤੋਂ ਯਤਨ ਕਰੇ ਵੀ ਮੈਂ ਹੁਣ ਅੱਗੇ ਤੋਂ ਕਿਸੇ ਦਾ ਮਨ ਨਾ ਦੁਖਾਵਾਂ, ਦਿਲ ਨਾ ਤੋੜਾਂ। ਗੁਰੂ ਸਾਹਿਬ ਦਿਲ ਨਹੀਂ ਤੋੜਦੇ। ਵੱਡੇ ਤੋਂ ਵੱਡਾ ਪਾਪੀ ਵੀ ਆ ਕੇ ਕਹਿ ਦੇ ਨਾ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਭੁੱਲ ਹੋ ਗਈ ਹੈ, ਗੁਰੂ ਸਾਹਿਬ ਉਸੇ ਵੇਲੇ ਬਖਸ਼ ਲੈਂਦੇ ਆ ਜੀ। ਤੇ ਇਦੋਂ ਆਮ ਹੀ ਗੁਰਮੁਖ ਮਹਾਤਮਾ ਇੱਕ ਗੱਲ ਕਹਿੰਦੇ ਹੁੰਦੇ ਆ, ਬੰਦਿਆ ਤੇਰੇ ਢਹਿਣ ਵਿੱਚ ਦੇਰੀ ਹੈ, ਸਤਿਗੁਰੂ ਦੇ ਬਖਸ਼ਣ ਵਿੱਚ ਦੇਰੀ ਨਹੀਂ ਹੈ। ਬੰਦਾ ਢੇਂਦਾ ਨਹੀਂ। ਇਹਦੇ ਤੋਂ ਵੱਡਾ ਪਾਪ ਕੀ ਹੋਏਗਾ ਵੀ ਜ਼ਹਿਰ ਮਿਲਾ ਕੇ ਦੇਤਾ, ਇੰਨੇ ਤੜਫ ਤੜਫ ਕੇ ਕੁੱਤਾ ਮਰਿਆ ਹੈ। ਹਰਗੋਬਿੰਦ ਸਾਹਿਬ ਨਾਲ ਕੀ ਹੋਣਾ ਸੀ ਜੇ ਉਹ ਛਕ ਲੈਂਦੇ? ਪਰ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਉਹਨੂੰ ਬਖਸ਼ ਦਿੱਤਾ ਜੀ। ਹਾਂਜੀ, ਐਸੋ ਵੱਡੋ ਅਪਰਾਧ ਕਰਿਓ ਜਿਨ, ਹਾਂਜੀ, ਪ੍ਰਾਨ ਕੇ ਹਾਨ ਲੋਕੀਨ ਉਪਾਈ। ਇਹੋ ਕਵੀ ਸੰਤੋਖ ਸਿੰਘ ਲਿਖਦੇ, ਕਹਿੰਦੇ ਇੰਨਾ ਵੱਡਾ ਉਪਰਾਧ ਕੀਤਾ ਹੈ, ਜਾਨ ਕੱਢਣ ਦਾ ਯਤਨ ਕੀਤਾ ਹੈ। ਹਾਂਜੀ, ਪਾਤਕ ਬਾਲਕ ਘਾਤਕ ਕੋ ਪੁਨ, ਅੰਤ ਲੈ ਗੌਨ ਗੁਰੂ ਘਰ ਖਾਈ। ਕਹਿਣ ਲੱਗੇ ਪਾਤਕ ਬਾਲਕ ਘਾਤਕ ਕੋ ਪੁਨ, ਅੰਨ ਤੇ ਲੋਨ ਗੁਰੂ ਘਰ ਖਾਈ। ਗੁਰੂ ਘਰ ਦਾ ਹੀ ਅੰਨ ਖਾ ਕੇ ਗੁਰੂ ਘਰ ਦੇ ਪੁੱਤਰ ਨੂੰ ਮਾਰਨ ਦਾ ਯਤਨ ਕਰਨ ਦਿਆ। ਹਾਂਜੀ, ਸੋ ਤਤ ਕਾਲ ਬਿਨ ਸੁਨ ਕੈ, ਕਰ ਦੀਨੋ ਨਿਹਾਲ ਪੇਖੈ ਸਮੁਦਾਇ। ਸਾਰਿਆਂ ਨੇ ਵੇਖਿਆ, ਜਿੰਨੇ ਲੋਕ ਸਨ ਸਭਨਾਂ ਨੇ ਵੇਖਿਆ, ਸਾਰੀ ਸੰਗਤ ਚ ਉਹਨੇ ਮਾਫੀ ਮੰਗੀ ਹੈ। ਤਤਕਾਲ ਉਹਨੂੰ ਨਿਹਾਲ ਕੀਤਾ, ਕਹਿਣ ਲੱਗੇ ਉਸ ਬ੍ਰਾਹਮਣ ਨੂੰ ਨਿਹਾਲ ਕੀਤਾ। ਜੇ ਗੁਰੂ ਸਾਹਿਬ ਵੀ ਵੈਰ ਵਿਰੋਧ ਦੀ ਗੱਲ ਕਰਕੇ ਇੰਜ ਕਰ ਦੇਣ, ਫਿਰ ਉਹ ਗੁਰੂ ਸਾਹਿਬ ਥੋੜੀ ਹੈਗੇ ਜੀ। ਗੁਰੂ ਦੀ ਹਸਤੀ ਤੇ ਬਹੁਤ ਵੱਡੀ ਹੈ। ਹਾਂਜੀ, ਇੱਕ ਗਰੀਬ ਨਿਵਾਜ ਗੁਰੂ ਬਿਨ। ਫਿਰ ਉਹ ਪੰਕਤੀ ਲਿਖਦੇ, ਕਹਿੰਦੇ ਇੱਕ ਗਰੀਬ ਨਿਵਾਜ ਗੁਰੂ ਬਿਨ, ਇੱਕ ਗਰੀਬ ਨਵਾਜ ਸਤਿਗੁਰੂ ਜੀ ਤੋਂ ਸਿਵਾ। ਆਨ ਕੇ ਬੀਚ ਕਹਾਂ ਵਡਿਆਈ। ਹੋਰ ਕਿਸੇ ਵਿੱਚ ਕਿੱਥੋਂ ਇੰਨੀ ਵਡਿਆਈ ਹੈਗੀ ਹੈ, ਕਹਿਣ ਲੱਗੇ। ਦੂਜਾ ਬਖਸ਼ਦਾ ਹੈ ਕਿਸੇ ਨੂੰ ਇੰਜ? ਕੋਈ ਨਹੀਂ ਬਖਸ਼ਦਾ ਸਾਧ ਸੰਗਤ। ਹਾਂਜੀ, ਦੋਹਰਾ ਇਸ ਪ੍ਰਕਾਰ ਬਖਸ਼ਿਓ ਸੋ ਦਿਜ ਗੁਰੂ ਬਿਨ ਗਰੀਬ ਨਿਵਾਜ। ਕਹਿਣ ਲੱਗੇ ਇਸ ਪ੍ਰਕਾਰ ਬਖਸ਼ਿਓ ਸੋ ਦਿਜ ਗੁਰੂ ਗਰੀਬ ਨਿਵਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਸ ਬ੍ਰਾਹਮਣ ਨੂੰ ਬਖਸ਼ ਲਿਆ। ਮਾਤ ਪਿਤਾ ਦੇਖਤ ਆਨੰਦ, ਆਰ ਸਿੱਖ ਦਾਸ ਸਮਾਜ। ਮਾਤਾ ਪਿਤਾ ਸਿੱਖ ਸੇਵਕ ਸਾਰੇ ਦਾਸ ਪ੍ਰਸੰਨ ਹੋ ਗਏ ਹੈ। ਪਰ ਬਾਬੇ ਪ੍ਰਿਥੀਏ ਬਾਰੇ ਸੋਚਦੇ ਹੈ ਵੀ ਬਾਬੇ ਪ੍ਰਿਥੀਏ ਨੇ ਇਹ ਕੀ ਕੀਤਾ ਹੈ, ਇੰਨਾ ਵੱਡਾ ਪਾਪ। ਉਹਨੂੰ ਤਾਂ ਆਪਣੇ ਘਰ ਜਾਣ ਦਿੱਤਾ ਜੀ। ਸੋ ਇਹ ਅੱਜ ਦਾ ਇਤਿਹਾਸ ਸੀ ਸਾਧ ਸੰਗਤ ਜੀ। ਅਰਦਾਸ ਕਰੋ ਮਹਾਰਾਜ, ਸਾਡੇ ਕੋਲੋਂ ਵੀ ਬੜੀਆਂ ਭੁੱਲਾਂ ਹੁੰਦੀਆਂ। ਜੇ ਤੁਸੀਂ ਇੰਨੇ ਵੱਡੇ ਅਪਰਾਧ ਕਰਨ ਵਾਲੇ ਨੂੰ ਬਖਸ਼ ਸਕਦੇ ਹੋ, ਮਹਾਰਾਜ ਸਾਨੂੰ ਕਿਉਂ ਨਹੀਂ ਬਖਸ਼ ਸਕਦੇ? ਤੁਹਾਡੇ ਤੋਂ ਸਿਵਾ ਹੋਰ ਕੌਣ ਬਖਸ਼ਣ ਵਾਲਾ ਹੈ?
ਕਿੰਨੇ ਗਰੀਬ ਨਵਾਜ਼ ਨੇ ਛੇਵੇਂ ਪਾਤਸ਼ਾਹ, ਕਿੰਨੇ ਕਿਰਪਾਲੂ ਨੇ ਛੇਵੇਂ ਪਾਤਸ਼ਾਹ। ਸੰਗਤ ਜੀ, ਅੱਜ ਤੋਂ 100 ਸਾਲ ਪਹਿਲਾਂ, ਆਖੋ ਵਾਹਿਗੁਰੂ, ਨਨਕਾਣਾ ਸਾਹਿਬ ਦੇ ਵਿੱਚ ਮਹਾਨ ਸ਼ਹੀਦੀ ਸਾਕਾ ਵਰਤਿਆ। ਸਾਡੀ ਸਰਕਾਰ ਨੇ ਸਿੱਖਾਂ ਨੂੰ ਹਿੰਦੁਸਤਾਨ ਤੋਂ, ਭਾਰਤ ਤੋਂ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਇਹਨਾਂ ਦੀ ਨਿਗਾਹ ਵਿੱਚ ਅਸੀਂ ਆਤੰਕਵਾਦੀ ਹਾਂ। ਪਰ ਸਭ ਨੂੰ ਪਤਾ ਹੈ ਹੁਣ ਤੇ ਗੁਰੂ ਦੇ ਸਿੱਖਾਂ ਦੀ ਸ਼ਖਸੀਅਤ ਹੀ ਬੜੀ ਉੱਭਰ ਕੇ ਆਈ ਹੈ। ਸਾਰਾ ਧਰਮ, ਸਾਰੇ ਧਰਮ ਕੁਝਨਾਂ ਨੂੰ ਛੱਡ ਕੇ, ਮੁਸਲਮਾਨ ਧਰਮ, ਈਸਾਈ ਧਰਮ, ਹਿੰਦੂ ਧਰਮ, ਉਹ ਸਾਰੇ ਇਸ ਸਮੇਂ ਗੁਰੂ ਕੇ ਸਿੱਖਾਂ ਦੇ ਨਾਲ ਖਲੋਤੇ ਹੋਏ ਨੇ। ਇਹ ਗੁਰੂ ਜੀ ਦੀ ਵਡਿਆਈ ਹੈ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਅੱਜ ਤੋਂ 100 ਸਾਲ ਪਹਿਲਾਂ ਸਿੱਖਾਂ ਦਾ ਹਿਰਦਾ ਹੈ ਨਨਕਾਣਾ ਸਾਹਿਬ, ਉੱਥੇ ਮਹਾਨ ਜ਼ੁਲਮ ਹੋਇਆ ਜੀ। ਮਹੰਤਾਂ ਦੇ ਕੋਲ, ਨਰੈਣੂ ਮਹੰਤ ਦੇ ਕੋਲ ਉਸ ਮਹਾਨ ਅਸਥਾਨ ਦਾ ਕਬਜ਼ਾ ਸੀਗਾ, ਤੇ ਸਾਧ ਸੰਗਤ ਜੀ, ਉਹਨੇ ਬਹੁਤ ਕੁਕਰਮ ਉਸ ਅਸਥਾਨ ਤੇ ਕੀਤੇ ਜੀ, ਬਹੁਤ ਕੁਕਰਮ ਕੀਤੇ ਜੀ। ਉਸ ਸਮੇਂ ਸਿੱਖਾਂ ਦੇ ਮਨ ਵਿੱਚ ਇਹ ਸੋਚ ਆਈ ਸੀਗੀ, ਅਸੀਂ ਆਪਣੇ ਗੁਰੂ ਘਰ ਇਹਨਾਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਾਉਣੇ ਹੈ। ਇੱਥੇ ਮੈਂ ਇਹ ਵੀ ਬੇਨਤੀ ਕਰਾਂ, ਸਾਰੇ ਮਹੰਤ ਮਾੜੇ ਨਹੀਂ ਹਨ, ਕਿਉਂਕਿ ਸਿੱਖ ਜੰਗ ਯੁੱਧ ਕਰਦੇ ਰਹੇ ਆ, ਬਹੁਤ ਅਸਥਾਨਾਂ ਦੀ ਸੇਵਾ ਸੰਭਾਲ ਮਹੰਤਾਂ ਕੋਲ ਹੀ ਰਹੀ ਹੈ। ਹਾਂ, ਕੁਝਨਾਂ ਦਾ ਜੀਵਨ ਭ੍ਰਸ਼ਟ ਹੋਇਆ ਜੀ, ਉਹ ਮਹੰਤ ਮਾੜੇ ਨੇ। ਅੱਜ ਅਸੀਂ ਕਹੀਏ ਸਾਰੇ ਗਾਤਰੇ ਪਾਉਣ ਵਾਲੇ ਪ੍ਰਬੰਧਕ ਜਿਹੜੇ ਆ ਉਹ ਮਾੜੇ ਆ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਹੜੇ ਗਰਕ ਚੁੱਕੇ ਆ ਉਹਨਾਂ ਦੀ ਗੱਲ ਵੱਖਰੀ ਹੈ। ਮੈਂ ਮਾਸਟਰ ਤਾਰਾ ਸਿੰਘ ਦੀ ਗੱਲ ਸੁਣਾਉਣਾ। ਬਜ਼ੁਰਗ ਇੱਕ ਗਿਆਨੀ ਜੀ ਸਾਨੂੰ ਮਿਲੇ, ਉਹਨਾਂ ਬਚਨ ਸੁਣਾਇਆ। ਕਹਿੰਦੇ ਮਾਸਟਰ ਤਾਰਾ ਸਿੰਘ ਦੇ ਪੁੱਤ ਦਾ ਵਿਆਹ ਸੀਗਾ ਜੀ, ਵੱਡੇ ਅਹੁਦੇ ਤੇ ਸਨ ਉਹ ਵੀ, ਸ਼੍ਰੋਮਣੀ ਕਮੇਟੀ ਵਿੱਚ, ਗੁਰੂ ਘਰਾਂ ਦੇ ਪ੍ਰਬੰਧ ਵਿੱਚ। ਉਹਨਾਂ ਦੇ ਪੁੱਤਰ ਦਾ ਵਿਆਹ ਅੰਬਾਲੇ ਹੋਣਾ ਸੀਗਾ, ਤੇ ਜੰਜ ਲੈ ਕੇ ਉਹ ਆਪਣੇ ਨਿੱਜੀ ਘਰ ਦੇ ਪਰਿਵਾਰ ਦੇ ਜੀ ਲੈ ਕੇ ਉਹ ਟ੍ਰੇਨ ਤੇ ਗਏ ਜੀ। ਉਹ ਇੱਕ ਸਿੰਘ ਸ਼੍ਰੋਮਣੀ ਕਮੇਟੀ ਦਾ ਹੀ ਸੀ। ਉਹਨੇ ਕਿਹਾ ਵੀ ਗੱਡੀ ਤੁਹਾਡੇ ਘਰ ਖਲੋਤੀ ਹੈ, ਤੁਸੀਂ ਜੰਜ ਲੈ ਕੇ ਗੱਡੀ ਤੇ ਕਿਉਂ ਨਹੀਂ ਗਏ? ਪੁੱਤਰ ਨੂੰ ਹੀ ਗੱਡੀ ਤੇ ਭੇਜ ਦੇਣਾ ਸੀ, ਫੁੱਲ ਬੂਟੇ ਲਾ ਕੇ ਭੇਜਦੇ ਜੋ ਹੁੰਦਾ। ਟ੍ਰੇਨ 'ਚ ਜੰਜ ਗਈ ਆ, ਟ੍ਰੇਨ 'ਚ ਹੀ ਨਹੁੰ ਰਾਣੀ ਲੈ ਕੇ ਆਏ ਹੋ। ਉਹ ਕਹਿਣ ਲੱਗੇ, ਉਹਦਾ ਨਾਮ ਲੈ ਕੇ, ਕਹਿੰਦੇ ਗੱਲ ਸੁਣ ਲੈ, ਗੱਡੀ ਪੰਥ ਦੀ ਹੈ, ਵਿਆਹ ਮੇਰੇ ਪੁੱਤ ਦਾ ਹੈ। ਕਹਿਣ ਲੱਗੇ ਗੱਡੀ ਮੇਰੀ ਨਹੀਂ ਹੈ, ਗੱਡੀ ਪੰਥ ਦੀ ਹੈ। ਇਹੋ ਜਿਹੇ ਵੀ ਗੁਰਮੁਖ ਹੈਗੇ, ਇੱਕ ਤੋਂ ਇੱਕ ਭ੍ਰਸ਼ਟ ਵੀ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਾਰੀ ਜਮਾਤ ਮਾੜੀ ਨਹੀਂ ਹੁੰਦੀ, ਵਿੱਚ ਵਧੀਆ ਬੰਦੇ ਵੀ ਹੁੰਦੇ। ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ। ਮਹੰਤ ਨਰੈਣੂ ਨੇ ਪਾਪ ਕਮਾਇਆ, ਮਹਾਰਾਜ ਦੇ ਉਸ ਸਥਾਨ ਦੀ ਬੇਅਦਬੀ ਕੀਤੀ, ਉੱਥੇ ਸ਼ਰਾਬਾਂ ਪੀਣੀਆਂ, ਉੱਥੇ ਹੀ ਮਾਸ ਖਾਣਾ, ਉੱਥੇ ਹੀ ਕੁਕਰਮ ਕਰਨਾ, ਉੱਥੇ ਹੀ ਇਸਤਰੀਆਂ ਡੱਕੀ ਰੱਖਣੀਆਂ, ਬਹੁਤ ਕੁਝ ਉਹਨੇ ਉਸ ਸਥਾਨ ਤੇ ਕੀਤਾ ਸੀਗਾ। ਗੁਰੂ ਕੇ ਸਿੱਖਾਂ ਦੇ ਅੰਦਰ ਵਿਰੋਧ ਜਾਗਿਆ ਕਿ ਅਸੀਂ ਜਾ ਕੇ ਉਸ ਅਸਥਾਨ ਨੂੰ ਆਜ਼ਾਦ ਕਰਾਉਣਾ ਹੈ। ਪਰ ਜੇ ਉਹ ਇਕੱਲਾ ਹੁੰਦਾ ਤੇ ਗੱਲ ਹੋਰ ਸੀਗੀ। ਉਹਨੇ ਅੱਗੋਂ ਗੁੰਡੇ ਪਾਲੇ ਹੋਏ ਸਨ ਜੀ, ਬੜੇ ਗੁੰਡੇ ਪਾਲੇ ਸੀਗੇ ਉਹਨੇ, ਹਥਿਆਰਾਂ ਵਾਲੇ ਗੁੰਡੇ ਪਾਲੇ ਸੀਗੇ। ਤੇ ਭਾਈ ਲਕਸ਼ਮਣ ਸਿੰਘ ਜੀ ਸਿੰਘਾਂ ਦੇ ਜੱਥੇ ਸਮੇਤ ਗਏ ਸਨ। ਜੱਥੇ ਹੋਰ ਵੀ ਸਨ, ਸਰਦਾਰ ਕਰਤਾਰ ਸਿੰਘ ਝੱਬਰ, ਹੋਰ ਵੀ ਸਿੰਘਾਂ ਦੇ ਜੱਥੇ ਸਨ। ਪਰ ਪਹਿਲਾਂ ਜਿਹੜਾ ਜੱਥਾ ਗਿਆ ਉੱਥੇ ਉਹ ਭਾਈ ਲక్ష్మణ ਸਿੰਘ ਜੀ ਦਾ ਗਿਆ। ਕਿੰਨੇ ਸਿੰਘ ਸਨ, ਨਾਲ ਬੱਚੇ ਸਨ, ਬੀਬੀਆਂ ਸਨ, ਆਪਣੇ ਗੁਰੂ ਅਸਥਾਨ ਦਾ ਪ੍ਰਬੰਧ ਲੈਣ ਵਾਸਤੇ ਗਏ ਸਨ। ਤੇ ਸਾਧ ਸੰਗਤ ਜੀ, ਫਿਰ ਉੱਥੇ ਜੋ ਹੋਇਆ ਉਹ ਇੱਕ
ਵੀਡੀਓ ਵੀ ਬਣਾਈ ਹੈ ਗੁਰਮੁਖਾਂ ਨੇ, ਜੋ ਉੱਥੇ ਹੋਇਆ ਫਿਲਮ ਬਣੀ ਹੈ ਜੀ ਉਹਦੀ ਜੀ, ਸਾਕਾ ਨਨਕਾਣਾ ਸਾਹਿਬ ਦੀ। ਬੱਚਿਆਂ ਨੂੰ ਵਿਖਾਇਓ, ਆਪ ਵੇਖਿਓ। ਜਿਵੇਂ ਉਹਨੇ ਗੁੰਡੇ ਪਾਲੇ ਹੈ, ਉਹਨਾਂ ਗੁੰਡਿਆਂ ਨੇ ਨਿਹੱਥੀਆਂ ਸੰਗਤਾਂ ਦੇ ਉੱਤੇ ਵਾਰ ਕੀਤੇ ਹੈ। ਚਰਨ ਗੰਗਾ, ਜਿਸ ਚਰਨ ਗੰਗਾ ਵਿੱਚ ਸੰਗਤਾਂ ਪਾਣੀ ਦੇ ਨਾਲ ਆਪਣੇ ਚਰਨ ਧੋ ਕੇ ਗੁਰੂ ਘਰ ਵਿੱਚ ਆਉਂਦੇ ਹੈ, ਇੰਨਾ ਖੂਨ ਵਹਾਇਆ ਸੀ ਨਾਨਕ ਵਾਹਿਗੁਰੂ ਨਨਕਾਣਾ ਸਾਹਿਬ ਦੀ ਪਰਿਕਰਮਾ 'ਚ। ਚਰਨ ਗੰਗਾ ਖੂਨ ਦੇ ਨਾਲ ਭਰੀ ਹੋਈ ਸੀਗੀ। ਸਿੱਖ ਸੰਗਤਾਂ ਦਾ ਕਤਲੇਆਮ ਕੀਤਾ ਗਿਆ। ਭਾਈ ਲਛਮਣ ਸਿੰਘ ਹੋਣਾ ਨੂੰ ਜੀਂਦਿਆਂ ਜੰਡ ਦੇ ਨਾਲ ਬੰਨ੍ਹ ਕੇ ਪੁੱਠਾ ਲਟਕਾ ਕੇ ਉਹਨਾਂ ਦੇ ਸਰੀਰ ਨੂੰ ਅੱਗ ਲਾ ਦਿੱਤੀ ਗਈ ਸੀਗੀ। ਬਹੁਤ ਵੱਡਾ ਤਸ਼ੱਦਦ ਹੈ, ਬਹੁਤ ਵੱਡਾ ਤਸ਼ੱਦਦ ਹੈ। ਜੀਂਦਿਆਂ ਵੇਖੋ ਰੁੱਖ ਨਾਲ ਲਟਕਾ ਕੇ ਅੱਗ ਲਾ ਦੇਣੀ। ਜਦੋਂ ਉਹ ਸਰੀਰ ਸੜ ਰਿਹਾ ਹੋਏਗਾ, ਕੀ ਕਹਿਰ ਵਰਤਿਆ ਹੋਏਗਾ ਸਰੀਰ 'ਤੇ, ਇਹ ਸਾਧ ਸੰਗਤ ਜੀ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ। ਇਹ ਬਿਆਨ ਨਹੀਂ ਹੋ ਸਕਦਾ। ਮਹਾਰਾਜ ਜੀ ਦੇ ਸਰੂਪ ਵਿੱਚ ਵੀ ਗੋਲੀਆਂ ਵੱਜੀਆਂ, ਤੇ ਉਹ ਜਿਹੜਾ ਸ਼ਹੀਦੀ ਸਾਕਾ ਹੈ ਨਨਕਾਣਾ ਸਾਹਿਬ ਦਾ, ਅੱਜ ਉਹਨੂੰ ਪੂਰੇ 100 ਸਾਲ ਹੋ ਗਏ ਹੈ ਜੀ। 100 ਸਾਲ ਹੋ ਗਏ ਹੈ। 100 ਸਾਲ ਪਹਿਲਾਂ ਇਹ ਸਾਕਾ ਜਿਹੜਾ ਸੀ ਉਹ ਵਰਤਿਆ ਸੀ। ਬਾਅਦ ਵਿੱਚ ਬੜੀ ਜਾਗਰਤੀ ਆਈ। ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਉਹ ਗੁਰਸਿੱਖਾਂ ਦੇ ਹੱਥ ਵਿੱਚ ਆ ਗਿਆ ਜੀ। ਸੋ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਹੈ ਕਰੋੜਾਂ ਵਾਰ। ਅਸੀਂ ਸੰਗਤ ਜੀ ਰੋਜ਼ ਪੜ੍ਹਦੇ ਹਾਂ, ਜਿਨ੍ਹਾਂ ਸਿੱਖਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਉਹ ਭਾਈ ਲਛਮਣ ਸਿੰਘ ਜੈਸੇ ਸਿੰਘ ਨੇ। 11 ਸਾਲ ਦੀ ਉਮਰ ਸੀ ਭਾਈ ਦਰਬਾਰਾ ਸਿੰਘ ਦੀ ਜੀ, ਜਿਹੜੇ ਸ਼ਹੀਦ ਹੋ ਗਏ ਸਨ ਜੀ ਉੱਥੇ। ਸੋ ਉਹਨਾਂ ਸ਼ਹੀਦ ਸਿੰਘਾਂ ਦੇ ਚਰਨਾਂ ਤੇ ਕਰੋੜਾਂ ਵਾਰ ਨਮਸਕਾਰ ਹੈ, ਕਰੋੜਾਂ ਵਾਰ ਨਮਸਕਾਰ ਹੈ। ਅੱਜ ਸਾਰਾ ਪੰਥ ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰ ਰਿਹਾ। ਮੰਜੀ ਸਾਹਿਬ ਵੀ ਸਮਾਗਮ ਹੋਇਆ, ਅਕਾਲ ਤਖਤ ਸਾਹਿਬ ਵੀ ਹੋ ਰਿਹਾ ਸੀ, ਨਨਕਾਣਾ ਸਾਹਿਬ ਵੀ ਹੋ ਰਿਹਾ। ਉਹ ਰਾਂਝੇ ਵਾਲੀ ਜੰਡ ਤੇ ਸਭ ਨੂੰ ਚੇਤੇ ਹੈ, ਪਰ ਭਾਈ ਲਛਮਣ ਸਿੰਘ ਵਾਲੀ ਜੰਡ ਜਿਹੜੀ ਉਹ ਵੀ ਚੇਤੇ ਰੱਖਿਆ ਕਰੋ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ 2 ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ। ਵਾਹਿਗੁਰੂ ਜਪ ਵਾਹਿਗੁਰੂ, 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 ਜਪ ਵਾਹਿਗੁਰੂ। ਗੱਜ ਕੇ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ,
ਵਾਹਿਗੁਰੂ 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 ਸੱਚੇ ਪਾਤਸ਼ਾਹ ਮੇਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵੀਰਵਾਰ ਨੂੰ